ਪੰਜਾਬ ਭਰ ਦੇ ਪੋਲੀਟੀਕਲ ਸਾਇੰਸ ਪੜ੍ਹਨ ਵਾਲੇ ਸਾਰੇ ਸਟੂਡੈਂਟਸ ਨੂੰ, ਅਧਿਆਪਕ ਸਹਿਬਾਨ ਨੂੰ, ਲੈਕਚਰ ਸਹਿਬਾਨ ਨੂੰ ਜਸਟਿਸ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਸਟ ਲਰਨਿੰਗ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਚੈਨਲ ਸਿਰਫ ਮੇਰਾ ਨਹੀਂ ਹੈ, ਇਹ ਚੈਨਲ ਉਹਨਾਂ तमाम ਸਟੂਡੈਂਟਸ ਦਾ ਹੈ ਜੋ ਪੋਲੀਟੀਕਲ ਸਾਇੰਸ ਪੜ੍ਹ ਰਹੇ ਹਨ, ਉਹਨਾਂ तमाम ਅਧਿਆਪਕ ਸਹਿਬਾਨ ਦਾ ਹੈ ਜਿਨ੍ਹਾਂ ਨੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ। ਸੋ ਅੱਜ ਦਾ ਟੌਪਿਕ ਲੈ ਕੇ ਫਿਰ ਹਾਜ਼ਰ ਹਾਂ ਮੈਂ 11ਵੀਂ ਕਲਾਸ ਦਾ ਨਾਗਰਿਕ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਇਹਨਾਂ ਰੁਕਾਵਟਾਂ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ। ਸੋ ਬੇਟੇ, ਪਹਿਲੇ ਲੈਕਚਰ ਦੇ ਵਿੱਚ ਤੁਸੀਂ ਇਹ ਪੜ੍ਹਿਆ ਸੀ ਕਿ ਨਾਗਰਿਕਤਾ ਦਾ ਕੀ ਅਰਥ ਹੁੰਦਾ ਹੈ, ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਕਿਵੇਂ ਗੁਆਇਆ ਜਾ ਸਕਦਾ ਹੈ। ਅੱਜ ਉਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਮੈਂ ਤੁਹਾਡੇ ਸਾਹਮਣੇ ਟੌਪਿਕ ਨਵਾਂ ਲੈ ਕੇ ਆਈ ਹਾਂ, ਨਾਗਰਿਕ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ। ਬੇਟੇ, ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਕਿਹੜੀਆਂ ਪ੍ਰੋਬਲਮ, ਜੇ ਆਪਾਂ ਮੋਟਾ ਪੁੱਛੀਏ ਕਿ ਹਾਂਜੀ ਬੇਟੇ ਹਿੰਦੁਸਤਾਨ ਦੇ ਵਿੱਚ ਮੋਟੀਆਂ ਪ੍ਰੋਬਲਮਸ ਕਿਹੜੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੇ ਉਹ ਗੱਲ ਕਰਨਗੇ ਗਰੀਬੀ ਦੀ, ਅਨਪੜ੍ਹਤਾ ਦੀ, ਬੇਰੁਜ਼ਗਾਰੀ ਦੀ। ਉਸ ਤੋਂ ਬਾਅਦ ਫਿਰ ਆਪਾਂ ਹਾਈ ਲੈਵਲ ਦੀਆਂ ਗੱਲਾਂ ਕਰਦੇ ਹਾਂ, ਦਲਬੰਦੀ ਹੈ, ਕੱਟੜਤਾ ਹੈ, ਸੰਪਰਦਾਇਕਤਾ ਹੈ। ਇਹ ਸਾਰੀਆਂ ਅਲਾਮਤਾਂ ਨੇ, ਇਹ ਸਾਰੀਆਂ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਅੱਜ ਅਸੀਂ 1 ਬਾਈ 1 ਕਰਕੇ ਪੜਾਂਗੇ। ਸੋ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈ ਉਹ ਅਸੀਂ ਇਹ ਕਰ ਰਹੇ ਹਾਂ ਕਿ ਆਦਰਸ਼ ਨਾਗਰਿਕ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ, ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋਵੋਗੇ, ਰਿਜਿਡਿਟੀ ਦਾ ਮਤਲਬ ਹੁੰਦਾ ਹੈ ਕੱਟੜਤਾ। ਜਿੱਦ ਕਿਸੇ ਵੀ ਚੀਜ਼ ਦੀ ਹੋਵੇ ਮਾੜੀ ਹੁੰਦੀ ਹੈ, ਕੱਟੜਤਾ ਕਿਸੇ ਵੀ ਚੀਜ਼ 'ਚ ਹੋਵੇ ਮਾੜੀ ਹੁੰਦੀ ਹੈ। ਡਾਰਵਿਨ ਦਾ ਸਿਧਾਂਤ ਸੀ ਕਿ ਜਿਹੜੀਆਂ ਪ੍ਰਜਾਤੀਆਂ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਨਹੀਂ ਢਾਲਦੀਆਂ ਉਹ ਅਲੋਪ ਹੋ ਜਾਂਦੀਆਂ ਨੇ, ਲੇਕਿਨ ਜਿਹੜੇ ਕਿਸੇ ਵੀ ਗੱਲ ਦੇ ਵਿੱਚ ਕੱਟੜ ਹੁੰਦੇ ਨੇ ਉਹ ਮਾੜਾ ਹੁੰਦਾ ਹੈ। ਦੂਜੇ ਨੰਬਰ ਤੇ ਆਪਾਂ ਹਿੰਦੁਸਤਾਨ ਦੇ ਵਿੱਚ ਇੰਨੇ ਧਰਮਾਂ ਦੇ ਲੋਕ ਰਹਿੰਦੇ ਨੇ, ਜੇ ਉਹਨੂੰ ਧਿਆਨ ਨਾਲ ਦੇਖੀਏ, ਹਿੰਦੂਇਜ਼ਮ, ਜੈਨਿਜ਼ਮ, ਬੁੱਧਿਜ਼ਮ, ਸਿੱਖੀਜ਼ਮ, ਇਸਲਾਮ, ਕ੍ਰਿਸਚੀਅਨਿਟੀ, ਉਹਨਾਂ ਸਾਰਿਆਂ ਦੀ ਆਪਾਂ ਜੇ ਸਪੈਲਿੰਗ ਦੇਖੀਏ ਤਾਂ ਵਿੱਚੋਂ ਇੰਡੀਅਨ ਲਫ਼ਜ਼ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆਉਂਦਾ ਹੈ। ਉਸ ਤੋਂ ਬਾਅਦ ਜਿਹੜੀ ਲਾਮਤ ਹੈ, ਦੁਲਹਨ ਦਿਖਾਈ ਦੇ ਰਹੀ ਹੈ ਤੁਹਾਨੂੰ ਫੋਟੋ ਦੇ ਵਿੱਚ, ਲੇਕਿਨ ਦੁਲਹਨ ਜੋ ਹੈ ਪੇਰੈਂਟਸ ਨੂੰ ਪਤਾ ਹੈ ਕਿ ਜਦੋਂ ਬੇਟੀ ਨੂੰ ਵਿਆਹਣਾ ਹੁੰਦਾ ਹੈ ਤਾਂ ਉਹਦੇ ਜੰਮਣ ਤੇ ਹੀ ਉਹਦਾ ਦਾਜ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਡੌਰੀ ਸਾਡੇ ਸਮਾਜ ਦਾ ਇੱਕ ਬਹੁਤ ਹੀ ਬੁਰਾਈ ਹੈ। ਜਿਹੜੀ ਡੌਰੀ ਹੈ, ਜਿਹੜਾ ਦਹੇਜ ਹੈ, ਉਹ ਸਾਡੇ ਸਮਾਜ ਲਈ ਇੱਕ ਕਲੰਕ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਪਿਕ ਦੇਖ ਰਹੇ ਹੋ, ਲੁਕਿੰਗ ਫॉर ਅ ਜੌਬ। ਇੰਨੇ ਪੜ੍ਹੇ ਲਿਖੇ ਬੱਚੇ ਨੇ, ਇੰਨੇ ਮਾਸਟਰਸ ਨੇ, ਇੰਨੇ PhD ਹੋਲਡਰ ਨੇ, ਲੇਕਿਨ ਉਹਨਾਂ ਨੂੰ ਕਿਤੇ ਉਹਨਾਂ ਦੇ ਢੰਗ ਦੀ ਜੌਬ ਨਹੀਂ ਮਿਲਦੀ। ਬੇਰੁਜ਼ਗਾਰੀ ਵੱਡਾ ਮੁੱਦਾ, ਜਿਹਦੇ ਕਰਕੇ ਸਾਰੀਆਂ ਅਲਾਮਤਾਂ ਪੈਦਾ ਹੁੰਦੀਆਂ ਹਨ। ਉਸ ਤੋਂ ਬਾਅਦ ਪਿਕਚਰ ਤੁਸੀਂ ਦੇਖੋਗੇ ਕਿ ਇੱਕ ਆਦਮੀ ਹੈ, ਉਹਨੂੰ ਸਮਝ ਹੀ ਨਹੀਂ ਆ ਰਿਹਾ ਕਿ ਪੁੱਠੀ ਕਿਤਾਬ ਪੜ੍ਹਨੀ ਹੈ ਕਿ ਸਿੱਧੀ ਕਿਤਾਬ ਪੜ੍ਹਨੀ ਹੈ। ਕਿਉਂ? ਕਿਉਂਕਿ ਉਹਨੇ ਸਾਰੀ ਉਮਰ ਕਿਤਾਬ ਦਾ ਮੂੰਹ ਦੇਖਿਆ ਹੀ ਨਹੀਂ ਹੈਗਾ। ਇਹ ਤੁਹਾਡੇ ਆਸ-ਪਾਸ ਬਹੁਤ ਲੋਕ ਇਦਾਂ ਦੇ ਹੋਣਗੇ, ਅੰਗੂਠਾ ਛਾਪ ਹੋਣਗੇ, ਜਾਂ ਕਹਿ ਲਓ ਕਿ ਵੀ ਜਿਨ੍ਹਾਂ ਨੂੰ ਨਾਮ ਹੀ ਨਹੀਂ ਲਿਖਣਾ ਆਉਂਦਾ ਕਈ ਵਾਰੀ। ਸੋ ਇਸ ਕਰਕੇ ਅਨਪੜ੍ਹਤਾ ਇੱਕ ਹੋਰ ਪ੍ਰੋਬਲਮ ਹੈ। ਉਸ ਤੋਂ ਬਾਅਦ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਸਲਾਈਡ ਲੱਗੀ ਹੋਈ ਹੈ ਤੇ ਦੂਸਰੇ ਪਾਸੇ ਗਰੀਬ ਜੋ ਵਿਅਕਤੀ ਹੈ ਉਹ ਇੰਨੀਆਂ ਮੁਸ਼ਕਲਾਂ ਨਾਲ, ਇੰਨੀਆਂ ਦੁਸ਼ਵਾਰੀਆਂ ਨਾਲ ਔਖੇ ਪੈਂਡੇ ਤੈਅ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ, ਲੇਕਿਨ ਇੱਕ ਅਮੀਰ ਵਿਅਕਤੀ ਜੋ ਕਿ ਸੁੱਖ ਸਾਧਨਾ ਨਾਲ ਆਪਣੇ ਏਮ ਤੇ ਪਹੁੰਚਦਾ ਹੈ। ਇਹਦਾ ਮਤਲਬ ਸਮਾਜ ਦੇ ਵਿੱਚ ਸਮਾਜਿਕ ਅਸਮਾਨਤਾ ਹੈ, ਜਾਂ ਕਹਿ ਲਓ ਕਿ ਆਰਥਿਕ ਜਿਹੜੇ ਤੌਰ ਤੇ ਬਹੁਤ ਕਾਣੀ ਵੰਡ ਹੋਈ ਦੀ ਹੈ। ਉਸ ਤੋਂ ਬਾਅਦ ਗਰੀਬੀ ਹੈ। ਇੱਕ ਘਰ ਦੇ ਵਿੱਚ 4 ਬੱਚੇ ਨੇ, ਕਮਾਉਣ ਵਾਲਾ ਇੱਕ ਹੈ ਅਤੇ ਉਸ ਨੂੰ ਵੀ ਕਦੀ ਦਿਹਾੜੀ ਮਿਲਦੀ ਹੈ, ਕਦੀ ਦਿਹਾੜੀ ਨਹੀਂ ਮਿਲਦੀ। ਸੋ ਇਹਨਾਂ ਸਾਰੀਆਂ ਅਲਾਮਤਾਂ ਬਾਰੇ ਅੱਜ ਆਪਾਂ ਪੜਾਂਗੇ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਲੈਕਚਰ ਨੂੰ ਬਹੁਤ ਧਿਆਨ ਨਾਲ ਸੁਣੋਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅਨਪੜ੍ਹਤਾ। ਅਨਪੜ੍ਹਤਾ ਜਿਹੜੀ ਕਿ ਹਿੰਦੁਸਤਾਨ ਦੀ ਸਭ ਤੋਂ ਹੀ ਇੱਕ ਵੱਡੀ ਸਮੱਸਿਆ ਮੰਨੀ ਜਾਂਦੀ ਹੈ, ਜਿਹਦੇ ਤੋਂ ਸਾਰੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਹਨ। ਅਨਪੜ੍ਹ ਵਿਅਕਤੀ ਜੋ ਹੈ ਉਹ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਨਾਲ ਸਮਝ ਨਹੀਂ ਸਕਦਾ। ਤੁਹਾਡੇ ਸਾਹਮਣੇ ਹੈ, ਵੱਡੇ ਡਾਕਟਰ ਨੇ, ਵੱਡੇ ਹਸਪੀਟਲ ਖੋਲੇ ਹੋਏ ਨੇ, ਲੇਕਿਨ ਪੁੱਤਰ ਜੀ ਫਿਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ, ਕੋਈ ਬਿਮਾਰੀ ਹੁੰਦੀ ਹੈ, ਅਸੀਂ ਇਲਾਜ ਕਰਾਉਣ ਵਾਸਤੇ ਝਾੜ ਫੂਕ ਵਾਲੇ ਕੋਲ ਜਾਂਦੇ ਹਾਂ, ਜਾਂ ਫਲਾਣੀ ਜਗ੍ਹਾ ਦਾ ਪਾਣੀ ਪੀ ਲਿਆ, ਜਾਂ ਫਲਾਣੀ ਜਗ੍ਹਾ ਦੀ ਕੋਈ ਜੜੀ ਬੂਟੀ ਖਾ ਲਈ ਤਾਂ ਅਸੀਂ ਠੀਕ ਹੋ ਜਾਂਦੇ ਹਾਂ। ਲੇਕਿਨ ਜਦੋਂ ਅਸੀਂ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹਾਂ, ਸੈਕੰਡ ਸਟੇਜ ਤੇ ਆ ਜਾਂਦੇ ਹਾਂ, ਤੀਸਰੀ ਸਟੇਜ ਤੇ ਆਉਂਦੇ ਹੈਗੇ ਆ, ਤਾਂ ਅਸੀਂ ਫਿਰ ਹਸਪਤਾਲ ਵੱਲ ਦੌੜਦੇ ਹਾਂ, ਫਿਰ ਅਸੀਂ ਡਾਕਟਰਾਂ ਵੱਲ ਦੌੜਦੇ ਹਾਂ। ਕਿਉਂ ਨਹੀਂ ਅਸੀਂ ਪਹਿਲਾਂ ਹੀ ਚਲੇ ਜਾਂਦੇ? ਇਹ ਸਾਰਾ ਕਾਰਨ ਕੀ ਹੈ? ਅਨਪੜ੍ਹਤਾ ਹੈ। ਇੱਕ ਡਾਕਟਰ, ਇੱਕ MBBS, ਇੱਕ MD ਡਾਕਟਰ ਕਿੰਨਾ ਪੜ੍ਹ ਕੇ 5 ਸਾਲ, 10 ਸਾਲ, 15 ਸਾਲ ਪੜ੍ਹ ਕੇ ਕਿਸੇ ਨਤੀਜੇ ਤੇ ਪਹੁੰਚਦੇ ਹਾਂ, ਤੇ ਅਸੀਂ
ਅਸੀਂ ਲੋਕ ਅਨਪੜ੍ਹਤਾ ਕਰਕੇ ਆਪਣੇ ਬੱਚਿਆਂ ਨੂੰ, ਆਪਣੇ ਵੱਡਿਆਂ ਨੂੰ, ਆਪਣੇ ਜਿਹੜੇ ਸਾਡੇ ਆਪਣੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਅਸੀਂ ਹੋਰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਅਸੀਂ ਇੱਕ ਤਾਂ ਉਹਨਾਂ ਦੀ ਲੁੱਟ ਹੋਣ ਦਿੰਨੇ ਹੈਗੇ ਆ, ਤੇ ਇੱਕ ਪਾਸੇ ਅਸੀਂ ਉਹਨਾਂ ਦਾ ਟਾਈਮ ਜਿਹੜਾ ਹੈਗਾ ਵੇਸਟ ਕਰਾਉਂਦੇ ਹਾਂ। ਅਨਪੜ੍ਹ ਵਿਅਕਤੀ ਜੋ ਹੈ ਦੇਸ਼ ਦੀਆਂ ਸਮੱਸਿਆਵਾਂ ਨੂੰ ਨਾ ਸਮਝਦਾ ਹੋਇਆ ਆਪਣੀ ਵੋਟ ਜਿਹੜੀ ਹੈ ਉਹ ਗਲਤ ਵਿਅਕਤੀ ਨੂੰ ਪਾ ਦਿੰਦਾ ਹੈ। ਇਹਦੇ ਵਿੱਚ ਤੁਸੀਂ ਸਾਹਮਣੇ ਦੇਖੋਗੇ ਕਿ ਅਨਪੜ੍ਹਤਾ ਆਦਰਸ਼ ਨਾਗਰਿਕ ਬਣਨ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਕਿਹਾ ਜਾਂਦਾ ਹੈ ਕਿ ਵਿਦਿਆਹੀਨ ਨਰ ਪਸ਼ੂ ਸਮਾਨ ਹੁੰਦਾ ਹੈ। ਅਨਪੜ੍ਹ ਵਿਅਕਤੀ ਅਤੇ ਪਸ਼ੂ ਦੇ ਵਿਚਕਾਰ ਕੋਈ ਅੰਤਰ ਨਹੀਂ ਹੁੰਦਾ। ਅਨਪੜ੍ਹ ਵਿਅਕਤੀ ਦੇਸ਼ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦਾ, ਉਸ ਨੂੰ ਆਪਣੇ ਅਧਿਕਾਰਾਂ ਤੇ ਕਰਤੱਵਾਂ ਦਾ ਕੋਈ ਗਿਆਨ ਨਹੀਂ ਹੁੰਦਾ। ਬਹੁਤ ਸਾਰੇ ਵਿਅਕਤੀ ਕੋਰਟ ਕਚਹਿਰੀਆਂ ਦੇ ਚੱਕਰ ਇਸੇ ਲਈ ਲਾਉਂਦੇ ਹਨ ਕਿਉਂਕਿ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ। ਬਹੁਤ ਸਾਰੇ ਬੱਚੇ 5 ਰੁਪਏ ਦਾ ਫਾਰਮ ਹੁੰਦਾ, 10 ਰੁਪਏ ਦਾ ਫਾਰਮ ਹੁੰਦਾ, ਉਹਨੂੰ ਲੈ ਕੇ ਫਿਰਦੇ ਰਹਿਣਗੇ ਅਤੇ ਉਹਨਾਂ ਨੂੰ ਕਿਉਂਕਿ ਆਪ ਪੜ੍ਹਨਾ ਨਹੀਂ ਆਉਂਦਾ ਅਤੇ ਉਹ ਆਪ ਨਾ ਹੀ ਭਰ ਸਕਦੇ ਨੇ। ਇੱਕ ਫਾਰਮ ਜਿਹਨੂੰ ਭਰਨ ਲੱਗੇ ਸ਼ਾਇਦ 5 ਮਿੰਟ ਲੱਗਦੇ ਨੇ, ਅਸੀਂ ਪੈਸੇ ਦੇ ਕੇ 500 ਰੁਪਇਆ ਦੇ ਕੇ ਬਾਹਰੋਂ ਫਾਰਮ ਭਰਵਾਉਂਦੇ ਹਾਂ। ਕਿਉਂ? ਕਿਉਂਕਿ ਸਾਨੂੰ ਲੈਂਗੁਏਜ ਸਮਝ ਨਹੀਂ ਆਉਂਦੀ, ਕਿਉਂਕਿ ਸਾਨੂੰ ਫਾਰਮ ਭਰਨਾ ਨਹੀਂ ਆਉਂਦਾ। ਕਾਰਨ ਕੀ ਹੈ? ਅਨਪੜ੍ਹਤਾ। ਉਹ ਵਾਧੂ ਅਤੇ ਬੁਰੇ ਰਸਮੋ ਰਿਵਾਜਾਂ ਵਿੱਚ ਫਸਿਆ ਰਹਿੰਦਾ ਹੈ। ਬਹੁਤ ਲੋਕ ਅਨਪੜ੍ਹ ਵਿਅਕਤੀ ਨੂੰ ਆਸਾਨੀ ਨਾਲ ਮੂਰਖ ਬਣਾ ਕੇ ਆਪਣੇ ਮਗਰ ਲਗਾ ਲੈਂਦੇ ਹਨ। ਅਨਪੜ੍ਹਤਾ ਜੋ ਕਿ ਇੱਕ ਬਹੁਤ ਹੀ ਅਭਿਸ਼ਾਪ ਹੈ, ਸਰਾਪ ਹੈ ਸਾਡੇ ਸਮਾਜ ਵਾਸਤੇ, ਸਾਡੀ ਸੁਸਾਇਟੀ ਵਾਸਤੇ। ਅਗਲਾ ਜੋ ਪੁਆਇੰਟ ਹੈ ਉਹ ਹੈ ਆਲਸ। ਆਲਸ ਦਾ ਮਤਲਬ ਹੈ ਕਿਸੇ ਵੀ ਕੰਮ ਨੂੰ ਟਾਈਮ ਸਿਰ ਨਾ ਕਰਨਾ, ਲਮਕਾ ਦੇਣਾ। ਕੋਈ ਗੱਲ ਨਹੀਂ, ਕੱਲ ਕਰ ਲਾਂਗੇ, ਕੋਈ ਗੱਲ ਨਹੀਂ, ਪਰਸੋਂ ਕਰ ਲਾਂਗੇ, ਕੋਈ ਗੱਲ ਨਹੀਂ, ਹਾਲੇ ਤਾਂ ਪੇਪਰ ਮਾਰਚ ਵਿੱਚ ਹੋਣੇ ਹਨ, ਹਾਲੇ ਹੁਣੇ ਪੜ੍ਹ ਕੇ ਕੀ ਕਰਨਾ ਹੈ। ਇਹ ਆਲਸ ਦੇ ਲੱਛਣ ਹਨ ਜਿਹੜੇ ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਬੱਚੇ ਕਰਦੇ ਨੇ। ਕੋਈ ਗੱਲ ਨਹੀਂ, ਹਾਲੇ ਬਹੁਤ ਟਾਈਮ ਪਿਆ ਪੜ੍ਹਨ ਨੂੰ, ਕੋਈ ਗੱਲ ਨਹੀਂ, ਅਸੀਂ ਬਾਅਦ ਚੋਂ ਕੰਮ ਕਰ ਲਾਂਗੇ। ਜਦੋਂ ਕੋਈ ਸਾਨੂੰ ਨੌਕਰੀ ਮਿਲ ਜਾਂਦੀ ਹੈ ਤਾਂ ਅਸੀਂ ਅੱਜ ਦਾ ਕੰਮ ਕੱਲ ਤੇ, ਕੱਲ ਦਾ ਕੰਮ ਪਰਸੋਂ ਤੇ ਪਾਈ ਜਾਂਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਸਾਡਾ ਕੰਮ ਬਹੁਤ ਸਾਰਾ ਇਕੱਠਾ ਹੋ ਜਾਂਦਾ ਹੈ। ਆਲਸ ਜਿਹੜਾ ਵਿਅਕਤੀ ਹੈ, ਜਿਹੜਾ ਆਲਸੀ ਵਿਅਕਤੀ ਹੈ, ਉਹ ਆਪਣੀਆਂ ਨਿੱਕੀਆਂ ਨਿੱਕੀਆਂ ਜ਼ਰੂਰਤਾਂ ਦੇ ਲਈ ਦੂਜਿਆਂ ਦੇ ਹੱਥਾਂ ਵੱਲ ਦੇਖਦਾ ਹੈ। ਅਸੀਂ ਆਪ ਖੁਦ ਕੰਮ ਕੋਈ ਨਹੀਂ ਕਰਦੇ, ਅਸੀਂ ਕਹਿੰਦੇ ਕਿ ਸਾਨੂੰ ਕੋਈ ਬਣੀ ਬਣਾਈ ਕੰਮ ਦੇ ਦੇ। ਆਲਸੀ ਵਿਅਕਤੀ ਕਦੀ ਵੀ ਚੰਗਾ ਨਾਗਰਿਕ ਨਹੀਂ ਬਣ ਸਕਦਾ। ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਹਿੱਸਾ ਨਹੀਂ ਪਾਉਂਦਾ, ਐਕਟਿਵ ਹੀ ਨਹੀਂ ਹੁੰਦਾ। ਸਵੇਰੇ ਉੱਠੇ, ਜੋਗਿੰਗ ਕਰੇ, ਆਪਣੀ ਸਿਹਤ ਬਣਾਵੇ, ਗਰਾਊਂਡ ਤੇ 4 ਚੱਕਰ ਲਗਾਵੇ, ਉਸ ਤੋਂ ਬਾਅਦ ਬੰਦਾ ਸਾਰਾ ਦਿਨ ਬੋਰ ਨਹੀਂ ਹੁੰਦਾ। ਉਸ ਤੋਂ ਬਾਅਦ ਆਪਣਾ ਸਕੂਲ ਜਾਵੇ, ਸਕੂਲ ਦਾ ਕੰਮ ਡੇਲੀ ਦਾ ਡੇਲੀ ਆਪਣਾ ਕੰਮ ਕਰੇ। ਮੈਂ ਨਹੀਂ ਸਮਝਦੀ ਕਿ ਕੋਈ ਬੱਚਾ ਜਿਹੜਾ ਰੋਜ਼ ਸਕੂਲ ਜਾਂਦਾ ਹੋਵੇ ਤੇ ਆਪਣਾ ਕੰਮ ਅਪ ਟੂ ਡੇਟ ਕਰਕੇ ਰੱਖਦਾ ਹੋਵੇ ਤੇ ਕਦੀ ਉਹ ਫੇਲ ਹੋ ਗਿਆ ਹੋਵੇ। ਇਹ ਹੋ ਹੀ ਨਹੀਂ ਸਕਦਾ। ਉਸੇ ਤਰੀਕੇ ਨਾਲ ਜਿਹੜੇ ਵੱਡੇ ਹੁੰਦੇ ਨੇ, ਜੇ ਅਸੀਂ ਕੰਮ ਨੂੰ ਪੈਂਡਿੰਗ ਕਰੀ ਜਾਵਾਂਗੇ ਤਾਂ ਉਹਦੇ ਨਾਲ ਸਾਡੇ ਉੱਪਰ ਹੋਰ ਹੀ ਤਰ੍ਹਾਂ ਦਾ ਇੱਕ ਬੋਝ ਹੈ ਜਿਹੜਾ ਪੈ ਜਾਂਦਾ ਹੈ। ਅਜਿਹਾ ਵਿਅਕਤੀ ਆਪਣੇ ਅੰਦਰ ਛੁਪੇ ਗੁਣਾਂ ਦਾ ਵਿਕਾਸ ਨਹੀਂ ਕਰ ਸਕਦਾ। ਸੋ ਆਲਸ ਨੂੰ ਅਸੀਂ ਛੱਡਣਾ ਹੈ। ਉਸ ਤੋਂ ਅਗਲਾ ਪੁਆਇੰਟ ਹੈ ਪੁਰਾਣੇ ਰੀਤੀ ਰਿਵਾਜ ਅਤੇ ਸਮਾਜਿਕ ਬੁਰਾਈਆਂ। ਪੁਰਾਣੇ ਲੋਕਾਂ ਨੇ ਕੁਝ ਰੀਤੀ ਰਿਵਾਜ ਬਹੁਤ ਸੋਚ ਸਮਝ ਕੇ ਬਣਾਏ ਹੋਣਗੇ, ਸ਼ਾਇਦ ਉਸ ਟਾਈਮ ਦੇ ਵਿੱਚ ਉਹ ਸਹੀ ਵੀ ਹੋਣਗੇ, ਪਰ ਵਕਤ ਦੇ ਅਨੁਸਾਰ, ਸਮੇਂ ਦੇ ਅਨੁਸਾਰ, ਹਾਲਾਤ ਦੇ ਅਨੁਸਾਰ, ਸਮਾਜ ਦੇ ਅਨੁਸਾਰ ਹੌਲੀ ਹੌਲੀ ਕੀ ਹੋ ਗਿਆ, ਅਸੀਂ ਉਹਨਾਂ ਪੁਰਾਣਾ ਰੀਤੀ ਰਿਵਾਜਾਂ ਨੂੰ ਆਪਣੇ ਅਕੋਰਡਿੰਗਲੀ ਚਲਾਉਣਾ ਸ਼ੁਰੂ ਕਰ ਦਿੱਤਾ, ਜਿਹੜਾ ਕਿ ਸਾਡੇ ਸਮਾਜ ਲਈ ਖਤਰਾ ਹੈ। ਉਸੇ ਤਰੀਕੇ ਨਾਲ ਸਮਾਜਿਕ ਬੁਰਾਈਆਂ ਨੇ। ਸਮਾਜਿਕ ਬੁਰਾਈਆਂ ਦਹੇਜ ਪ੍ਰਥਾ, ਜਾਤੀਵਾਦ, ਠੀਕ ਹੈ ਨਾ, ਬਾਲ ਵਿਆਹ, ਜਾਂ ਉਸ ਤੋਂ ਬਾਅਦ ਛੋਟੇ ਬੱਚਿਆਂ ਦੀ ਮਜ਼ਦੂਰੀ ਕਰਵਾਉਣਾ। ਸੋ ਇਹ ਸਾਰੀਆਂ ਜਿਹੜੀਆਂ ਨੇ ਸਮਾਜਿਕ ਬੁਰਾਈਆਂ ਨੇ, ਪੁਰਾਣੇ ਰਸਮੋ ਰਿਵਾਜ ਨੇ, ਜਿਹੜੇ ਕਿ ਸਾਨੂੰ ਕਿਤੇ ਲਿਖੇ ਹੋਏ ਨਹੀਂ ਮਿਲਣਗੇ, ਜਿਹੜੇ ਕਿ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਹਨ। ਸੋ ਅੱਜ ਦੇ ਪੁਰਾਣੇ ਜ਼ਮਾਨੇ ਵਿੱਚ ਦਾਜ ਸ਼ਾਇਦ ਤਾਂ ਦਿੰਦੇ ਹੋਣਗੇ ਵੀ ਚਲੋ ਲੜਕੀ ਨੇ ਇੰਨੀ ਦੂਰ ਜਾਣਾ ਹੈ ਤਾਂ ਲੜਕੀ ਆਪਣਾ ਕੁਝ ਸਮਾਨ ਲੈ ਕੇ ਜਾਂਦੀ ਸੀ। ਅੱਜ ਕੱਲ੍ਹ ਤਾਂ ਲੜਕੀਆਂ ਕਮਾਉਂਦੀਆਂ ਨੇ, ਅੱਜ ਕੱਲ੍ਹ ਤਾਂ ਲੜਕੀਆਂ ਹਰ ਇੱਕ ਖੇਤਰ ਦੇ ਵਿੱਚ ਮੱਲਾ ਮਾਰਦੀਆਂ ਨੇ। ਪਿੱਛੇ ਜੀ ਰਿਜ਼ਲਟ ਆਇਆ ਹੈ ਅਤੇ ਸਭ ਤੋਂ ਵੱਧ ਜਿਹੜੀਆਂ ਲੜਕੀਆਂ ਨੇ ਉਹਨਾਂ ਦੀਆਂ ਫਸਟ, ਸੈਕਿੰਡ, ਥਰਡ ਪੋਜੀਸ਼ਨਸ ਨੇ। ਮੈਰਿਟ ਵਿੱਚ ਵੀ ਲੜਕੀਆਂ ਦਾ ਨਾਮ ਹੈ। ਸੋ ਅੱਜ ਇਹ ਦਹੇਜ ਪ੍ਰਥਾ ਕਿਉਂ? ਪੁਰਾਣੇ ਜ਼ਮਾਨੇ ਦੇ ਵਿੱਚ ਬਾਲ ਵਿਆਹ ਗਲਤ ਰਸਮੋ ਰਿਵਾਜ ਸੀ, ਅੱਜ ਵੀ ਉਹ ਗਲਤ ਰਸਮੋ ਰਿਵਾਜ ਹੈ। ਜਾਤੀਵਾਦ, ਜਿਸ ਨੂੰ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਸਮਾਜ ਦੇ ਲਈ ਇੱਕ ਬਹੁਤ ਹੀ ਕਲੰਕ ਹੈ, ਉਹ ਇਹ ਖਤਮ ਹੋਣਾ ਚਾਹੀਦਾ ਹੈ। ਭਾਰਤ ਦੇ ਵਿੱਚ ਅਨੇਕਾਂ ਜਾਤੀਆਂ, ਅਨੇਕਾਂ ਧਰਮਾਂ, ਅਨੇਕਾਂ ਨਸਲਾਂ ਦੇ ਲੋਕ ਰਹਿੰਦੇ ਹਨ। ਹਰ ਕਰੀਮ ਤੁਹਾਨੂੰ ਗੋਰਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਦ ਕਿ ਦਿਸ ਇਜ਼ ਅ ਟਾਈਪ ਆਫ ਰੇਸਿਜ਼ਮ। ਇਹ ਇੱਕ ਨਸਲਵਾਦ ਦਾ ਹਿੱਸਾ ਹੈ। ਹਰ ਰੰਗ ਅੱਛਾ ਹੈ, ਹਰ ਰੰਗ ਦੇ ਲੋਕ ਅੱਛੇ ਹਨ, ਚਾਹੇ ਉਹ ਦੁਨੀਆ ਦੇ ਕਿਸੇ ਵੀ ਖੇਤਰ ਦੇ ਵਿੱਚ ਰਹਿੰਦੇ ਹੋਣ। ਸੋ ਨਸਲ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ ਕਿਸੇ ਕਿਸਮ ਦਾ ਕੋਈ ਵੀ ਵਿਤਕਰਾ ਹਿੰਦੁਸਤਾਨ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇਹ ਸਾਡਾ ਕਾਨੂੰਨ ਵੀ ਕਹਿੰਦਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਆ ਕੇ ਕੋਈ ਨਾ ਕੋਈ ਇਨਸਾਨ ਇਹਨਾਂ ਚੀਜ਼ਾਂ ਦੇ ਵਿੱਚ ਵਿਤਕਰਾ ਕਰ ਹੀ ਜਾਂਦਾ ਹੈ। ਸੋ ਇਸ ਕਰਕੇ ਇਹ ਜਿਹੜੀ ਬਿਮਾਰੀ ਹੈ, ਇਹ ਜਿਹੜੀ ਪ੍ਰੋਬਲਮ ਹੈ, ਇਹ ਸਾਡੇ ਇੱਕ ਆਦਰਸ਼ ਨਾਗਰਿਕ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਸਮਝੀ ਜਾਂਦੀ ਹੈ।
ਅਗਲਾ ਪੁਆਇੰਟ ਹੈ ਗਰੀਬੀ। ਕਿਸੇ ਵੀ ਵਿਅਕਤੀ ਦਾ ਦਿਲ ਨਹੀਂ ਕਰਦਾ ਕਿ ਉਹ ਗਰੀਬ ਹੋਵੇ, ਲੇਕਿਨ ਹਾਲਾਤ ਜਾਂ ਕਹਿ ਲਓ ਕਿ ਵੀ ਉਹਦੀ ਸਿਚੁਏਸ਼ਨ ਜਿਹੜੀ ਹੈ ਉਹ ਕਈ ਵਾਰੀ ਅਸਹਿਯੋਗ ਵਾਲੀ ਹੁੰਦੀ ਹੈ ਕਿ ਉਹ ਕੁਝ ਕਰ ਨਹੀਂ ਸਕਦਾ। ਗਰੀਬ ਵਿਅਕਤੀ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਨਹੀਂ ਕਰ ਸਕਦਾ। ਗਰੀਬ ਵਿਅਕਤੀ ਆਪਣੇ ਬੱਚਿਆਂ ਨੂੰ ਮਨਚਾਹੀ ਸਿੱਖਿਆ ਨਹੀਂ ਦਿਵਾ ਸਕਦਾ। ਚਾਹੇ ਉਹ ਜਿੰਨਾ ਮਰਜ਼ੀ ਕਮਾਵੇ, ਉਹਦੀ 2 ਵਕਤ ਦੀ ਰੋਟੀ ਬਹੁਤ ਮੁਸ਼ਕਲ ਨਾਲ ਚੱਲਦੀ ਹੈ। ਭਾਵੇਂ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ, ਬਹੁਤ ਸਾਰੇ ਨੀਤੀਆਂ, ਪਾਲਿਸੀਜ਼ ਬਣਾਈਆਂ ਹੋਈਆਂ ਹਨ ਜਿਹਦੇ ਨਾਲ ਹਿੰਦੁਸਤਾਨ ਦੇ ਵਿੱਚੋਂ ਗਰੀਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼੍ਰੀਮਤੀ ਇੰਦਰਾ ਗਾਂਧੀ ਨੇ ਨਾਰਾ ਵੀ ਦਿੱਤਾ ਸੀਗਾ 1975-77 ਦੇ ਵਿੱਚ ਕਿ ਗਰੀਬੀ ਹਟਾਓ। ਸੋ ਲੇਕਿਨ ਫਿਰ ਵੀ ਅੱਜ ਜਦੋਂ ਅਸੀਂ 21ਵੀਂ ਸਦੀ ਵਿੱਚ ਰਹਿ ਰਹੇ ਹਾਂ ਤਾਂ ਹਿੰਦੁਸਤਾਨ ਦੇ ਵਿੱਚ ਅਮੀਰ ਅਤੇ ਗਰੀਬ ਦੇ ਵਿੱਚ ਫਾਸਲਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ, ਕਿਉਂਕਿ ਨੀਡਸ ਨੇ ਰੋਟੀ, ਕੱਪੜਾ ਤੇ ਮਕਾਨ ਹਰ ਇੱਕ ਵਿਅਕਤੀ ਨੂੰ ਚਾਹੀਦੇ ਹਨ। ਸੋ ਇਸ ਕਰਕੇ ਜਿਹੜੀ ਗਰੀਬੀ ਹੈ ਉਹ ਹਿੰਦੁਸਤਾਨ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ, ਸੰਵਿਧਾਨ ਦੇ ਵਿੱਚ ਸਮਾਜਵਾਦ ਸ਼ਬਦ ਜੋੜਿਆ ਗਿਆ ਹੈ। ਸਮਾਜਵਾਦ ਦਾ ਭਾਵ ਇਹ ਹੈ ਕਿ ਪੈਸੇ ਦੀ ਵੰਡ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਅਮੀਰ ਅਤੇ ਗਰੀਬ ਦੇ ਵਿੱਚ ਜ਼ਿਆਦਾ ਫਾਸਲਾ ਨਾ ਹੋਵੇ। ਸੋ ਆਪਣੇ ਆਪ ਦੇ ਵਿੱਚ ਜਿਹੜੀ ਪਾਵਰਟੀ ਹੈ, ਹੁਣ ਤੱਕ ਜੇ ਤੁਸੀਂ ਪਿਕਚਰ ਦੇਖੋਗੇ ਤਾਂ 20,000 ਜਿਹੜੇ ਲੋਕ ਨੇ ਉਹ ਰੋਜ਼ ਦੇ, ਜਿਹੜੀ ਕਿ UNO ਦੀ ਰਿਪੋਰਟ ਹੈ, ਭੁੱਖੇ ਮਰ ਜਾਂਦੇ ਹਨ। ਕਿਉਂ? ਕਿਉਂਕਿ ਉਹਨਾਂ ਕੋਲ ਖਾਣ ਵਾਸਤੇ ਪੈਸਾ ਹੀ ਨਹੀਂ ਹੈ। ਸੋ ਗਰੀਬੀ ਜਿਹੜੀ ਹੈ ਇਹ ਇੱਕ ਹਿੰਦੁਸਤਾਨ ਵਾਸਤੇ ਬਹੁਤ ਵੱਡੀ ਆਦਰਸ਼ ਨਾਗਰਿਕਤਾ ਦੇ ਰਸਤੇ ਵਿੱਚ ਰੁਕਾਵਟ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਬੇਟੇ ਹੈ ਸੰਪਰਦਾਇਕਤਾ। ਆਪਣੇ ਆਪ ਦੇ ਲਫ਼ਜ਼ ਬਹੁਤ ਔਖਾ ਲੱਗਦਾ ਹੋਵੇਗਾ ਤੁਹਾਨੂੰ। ਸੰਪਰਦਾਇਕਤਾ ਤੋਂ ਭਾਵ ਹੈ ਧਰਮ ਦੇ ਆਧਾਰ ਤੇ ਲੜਨਾ, ਜਾਂ ਕਹਿ ਲਓ ਕਿ ਆਪਣੇ ਧਰਮ ਦੇ ਪ੍ਰਤੀ ਕੱਟੜਤਾ ਬਣਾਈ ਰੱਖਣੀ। ਦੁਨੀਆ ਦਾ ਇੱਕੋ ਇੱਕ ਦੇਸ਼ ਹੈ ਹਿੰਦੁਸਤਾਨ, ਜਿਸ ਦੇ ਵਿੱਚ ਤਕਰੀਬਨ ਹਰ ਧਰਮ ਦੇ ਲੋਕ ਰਹਿੰਦੇ ਹਨ ਅਤੇ ਇੱਥੇ ਓਨੀਆਂ ਮੌਤਾਂ ਹਾਦਸਿਆਂ ਦੌਰਾਨ ਜਾਂ ਕਿਸੇ ਹੋਰ ਵਜ੍ਹਾ ਕਰ ਨਹੀਂ ਹੋਈਆਂ ਹੋਣਗੀਆਂ ਜਿੰਨੀਆਂ ਕਿ ਧਾਰਮਿਕ ਲੜਾਈਆਂ ਕਰਕੇ ਹੁੰਦੀਆਂ ਹਨ। ਇਹ ਸਾਡੇ ਵਾਸਤੇ ਇੱਕ ਉਹੋ ਜਿਹੀ ਗੱਲ ਹੈ ਕਿ ਜਿਸ ਨੂੰ ਅਸੀਂ ਚਾਹਣ ਤੇ ਵੀ ਖਤਮ ਨਹੀਂ ਕਰ ਸਕਦੇ। ਕੋਈ ਵੀ ਮਾੜੀ ਜੀ ਗੱਲ ਹੁੰਦੀ ਹੈ ਤਾਂ ਅਸੀਂ ਆਪਣੇ ਧਰਮ ਨੂੰ ਲੈ ਕੇ ਅਖਬਾਰਾਂ ਦੇ ਵਿੱਚ ਬਿਆਨ ਦਿੰਨੇ ਹਾਂ। ਉਹ ਬਿਆਨ ਪੜ੍ਹ ਕੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਭੜਕ ਜਾਂਦੇ ਹਨ ਅਤੇ ਬੈਠੇ ਬਿਠਾਏ ਹੀ ਉਹ ਜਿਹੜੀ ਭੜਕਾਹਟ ਹੁੰਦੀ ਹੈ ਉਹ ਦੰਗਿਆਂ ਦਾ ਰੂਪ ਬਣ ਜਾਂਦੀ ਹੈ। ਜਦੋਂ ਵੀ ਕਿਤੇ ਨਾ ਕਿਤੇ ਸੰਪਰਦਾਇਕ ਦੰਗੇ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਹੁੰਦਾ ਹੈ ਉਹ ਔਰਤਾਂ ਦਾ ਹੁੰਦਾ ਹੈ, ਕਿਉਂਕਿ ਹਰ ਧਰਮ ਦੇ ਜਿਹੜੇ ਲੋਕ ਹੈਗੇ ਨੇ ਉਹ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਸ ਤੋਂ ਬਾਅਦ ਸਾਡੀ ਜਿਹੜੀ ਸਮਾਜਿਕ ਜਿਹੜਾ ਜੀਵਨ ਹੈ ਉਹ ਉਥਲ-ਪੁਥਲ ਹੋ ਜਾਂਦਾ ਹੈ। ਕਿਉਂ? ਕਿਉਂਕਿ ਸਰਕਾਰੀ ਸੰਪत्ति ਦਾ ਇੰਨਾ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਉਸ ਸਰਕਾਰੀ ਸੰਪत्ति ਦੀ ਜਿਹੜਾ ਨੁਕਸਾਨ ਹੁੰਦਾ ਹੈ ਉਹਦੀ ਭਰਪਾਈ ਕੌਣ ਕਰਦਾ ਹੈ? ਉਹਦੀ ਪੂਰਤੀ ਕੌਣ ਕਰਦਾ ਹੈ? ਉਹਦੀ ਪੂਰਤੀ ਬੇਟੇ ਅਸੀਂ ਹੀ ਕਰਦੇ ਹਾਂ ਜਦੋਂ ਅਸੀਂ ਇਨਕਮ ਟੈਕਸ ਪੇ ਕਰਦੇ ਹਾਂ। ਸੋ ਸਾਨੂੰ ਕੋਈ ਭੜਕਾ ਦਿੰਦਾ ਹੈ ਜੀ ਤੁਹਾਡੇ ਧਰਮ ਤੇ ਹਮਲਾ ਹੋਇਆ ਹੈ, ਤੁਸੀਂ ਬੈਠੇ ਹੋ ਆਰਾਮ ਨਾਲ, ਤੁਸੀਂ ਕੁਝ ਕਰਦੇ ਨਹੀਂ ਹੈਗੇ, ਅਸੀਂ ਭੜਕ ਜਾਂਦੇ ਹਾਂ। ਜਦੋਂ ਅਸੀਂ ਭੜਕ ਜਾਂਦੇ ਹਾਂ ਅਸੀਂ ਅੱਗਾਂ ਲਾ ਦਿੰਦੇ ਹਾਂ, ਅਸੀਂ ਬੱਸਾਂ ਸਾੜ ਦਿੰਦੇ ਹਾਂ, ਅਸੀਂ ਕਾਰਾਂ ਸਾੜ ਦਿੰਦੇ ਹਾਂ, ਬੰਦ ਕਰ ਦਿੰਦੇ ਹਾਂ ਵੀ ਅੱਜ ਫਲਾਣਾ ਡਿਸਟ੍ਰਿਕਟ ਬੰਦ ਹੈ, ਅੱਜ ਫਲਾਣਾ ਰਾਜ ਬੰਦ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਡੇ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾਂਦੀਆਂ, ਇਹ ਸਾਡੇ ਦੇਸ਼ ਨੂੰ ਪਿੱਛਾਂ ਵੱਲ ਧੱਕਦੀਆਂ ਨੇ। ਸੋ ਸੰਪਰਦਾਇਕਤਾ ਦਾ ਭਾਵ ਹੈ ਧਰਮ ਦੇ ਆਧਾਰ ਤੇ ਲੜਨਾ। ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਧਰਮ ਨੇ ਅਤੇ ਸਦੀਆਂ ਤੋਂ ਰਹਿ ਰਹੇ ਹਨ। ਕੋਈ ਇਹ ਨਹੀਂ ਹੈ ਕਿ ਅੱਜ ਤੋਂ ਰਹਿ ਰਹੇ ਹਨ। ਹਿੰਦੂਇਜ਼ਮ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਹੈ। ਅਸੀਂ ਸਾਰੇ ਬਹੁਤ ਹੀ ਮਿਲਵਰਤਨ ਨਾਲ ਰਹਿ ਰਹੇ ਹਾਂ। ਅਸੀਂ ਇੱਕ ਦੂਜੇ ਦੇ ਰਸਮੋ ਰਿਵਾਜ ਮਨਾਉਂਦੇ ਹਾਂ, ਅਸੀਂ ਇੱਕ ਦੂਜੇ ਦੇ ਫੰਕਸ਼ਨਾਂ ਵਿੱਚ ਜਾਂਦੇ ਹਾਂ। ਅਸੀਂ ਸਾਡੇ ਭੈਣ ਭਰਾ ਸਾਡੇ ਸਕੂਲ ਦੇ ਵਿੱਚ, ਸਾਡੇ ਕਲਾਸ ਦੇ ਵਿੱਚ ਹਰ ਇੱਕ ਧਰਮ ਦੇ ਲੋਕ ਪੜ੍ਹਦੇ ਨੇ। ਕਿ ਅਸੀਂ ਉਹਨਾਂ ਨੂੰ ਕੁਝ, ਜੇ ਸਾਨੂੰ ਕੋਈ ਭੜਕਾਵੇ ਤੇ ਅਸੀਂ ਉਹਨਾਂ ਨੂੰ ਕੁਝ ਕਹਾਂਗੇ? ਨਹੀਂ, ਅਸੀਂ ਉਹਨਾਂ ਨੂੰ ਕੁਝ ਨਹੀਂ ਕਵਾਂਗੇ। ਅਸੀਂ ਸਗੋਂ ਉਹਨਾਂ ਦੀ ਸੁਰੱਖਿਆ ਕਰਨ ਦੀ ਕਾਮਨਾ ਕਰਾਂਗੇ, ਸਗੋਂ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜੋ ਲਿਖਿਆ ਹੈ ਸੰਪਰਦਾਇਕਤਾ ਤੋਂ ਭਾਵ ਹੈ ਧਰਮ ਦੀ ਕੱਟੜਤਾ ਦੇ ਆਧਾਰ ਤੇ ਲੜਨਾ। ਇਹ ਇੱਕ ਚੰਗੇ ਨਾਗਰਿਕ ਦੇ ਰਸਤੇ ਵਿੱਚ ਰੁਕਾਵਟ ਹੈ। ਭਾਰਤ ਵਿੱਚ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਹਨ। ਕਈ ਵਾਰੀ ਕੁਝ ਸ਼ਰਾਰਤੀ ਅਨਸਰ ਇਹਨਾਂ ਦੇ ਵਿੱਚ ਆਪਸੀ ਨਫ਼ਰਤ ਪੈਦਾ ਕਰ ਦਿੰਦੇ ਹਨ, ਜਿਸ ਨਾਲ ਭਿਆਨਕ ਦੰਗੇ ਭੜਕ ਜਾਂਦੇ ਹਨ ਅਤੇ ਦੇਸ਼ ਦਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ। ਇਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਖਤਰਾ ਪੈਦਾ ਹੋ ਜਾਂਦਾ ਹੈ। ਉਸ ਤੋਂ ਬਾਅਦ ਹੈ ਬੇਰੁਜ਼ਗਾਰੀ। ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਡਿਗਰੀ ਕੀਤੀ ਹੈ, ਤੁਸੀਂ ਮਾਸਟਰਸ ਕੀਤੀ ਹੈ, ਪਰ ਤੁਹਾਨੂੰ ਆਪਣੀ ਫੀਲਡ ਦੀ ਜੌਬ ਨਹੀਂ ਮਿਲ ਰਹੀ। ਤੁਹਾਨੂੰ ਉਹ ਜਿਹੜੀਆਂ ਸਹੂਲਤਾਂ ਨੇ ਉਹ ਨਹੀਂ ਮਿਲ ਰਹੀਆਂ ਜਿਨ੍ਹਾਂ ਦਾ ਤੁਸੀਂ ਸੁਪਨਾ ਦੇਖਿਆ ਸੀ। ਹਿੰਦੁਸਤਾਨ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ।
2011 ਦੇ ਜੇ ਆਪਾਂ ਆંકੜੇ ਦੇਖੀਏ ਤਾਂ ਸਾਡੇ ਕੋਲ 121 ਕਰੋੜ ਦੀ ਆਬਾਦੀ ਸੀ ਅਤੇ ਹੁਣ 10 ਸਾਲਾਂ ਬਾਅਦ ਦੁਬਾਰਾ ਸੈਂਸਸ ਹੋਣੀ ਹੈ, ਦੁਬਾਰਾ ਜਨਗਣਨਾ ਹੋਣੀ ਹੈ ਅਤੇ ਹਿੰਦੁਸਤਾਨ ਦੀ ਆਬਾਦੀ ਤਕਰੀਬਨ 125 ਜਾਂ 126 ਕਰੋੜ ਦੇ ਤਕਰੀਬਨ ਪਹੁੰਚ ਗਈ ਹੋਵੇਗੀ। ਇੰਨੀ ਵੱਡੀ ਆਬਾਦੀ ਦੇ ਵਿੱਚ ਉਹਨੇ ਹੀ ਸਕੂਲ ਕਾਲਜਸ ਹਨ, ਉਹਨੇ ਹੀ ਯੂਨੀਵਰਸਿਟੀਜ਼ ਹਨ। ਹਰ ਸਾਲ ਹਰ ਯੂਨੀਵਰਸਿਟੀ, ਹਰ ਕਾਲਜ ਕਿੰਨੇ ਬੇਰੁਜ਼ਗਾਰ ਪੈਦਾ ਕਰਕੇ ਸੜਕਾਂ ਦੇ ਉੱਪਰ ਰੋਲ ਦਿੰਦਾ ਹੈ। ਸੋ ਬੇਰੁਜ਼ਗਾਰੀ ਜੋ ਹੈ ਉਹਦੇ ਨਾਲ ਕੀ ਹੁੰਦਾ ਕਿ ਬੱਚਾ ਜਿਹੜਾ ਹੈ ਉਹ ਡਿਪਰੈਸ਼ਨ ਚ ਆ ਜਾਂਦਾ ਹੈ। ਬਹੁਤ ਸਾਰੀਆਂ ਆਪਾਂ ਨਿਊਜ਼ਪੇਪਰ ਦੇ ਵਿੱਚ ਪੜ੍ਹਦੇ ਹਾਂ ਕਿ ਬੱਚੇ ਇੰਨੇ ਪੜ੍ਹੇ ਲਿਖੇ ਨੇ, ਮੁੰਡਾ ਇੰਨਾ ਪੜ੍ਹਿਆ ਲਿਖਿਆ ਸੀ ਲੇਕਿਨ ਉਹਨੂੰ ਨੌਕਰੀ ਨਹੀਂ ਮਿਲੀ, ਵਿਚਾਰੇ ਧਰਨੇ ਦਿੰਦੇ ਨੇ, ਵਿਚਾਰੇ ਕਿਤੇ ਨਾ ਕਿਤੇ ਹੜਤਾਲ ਕਰਦੇ ਨੇ, ਕੋਈ ਮਰਨ ਵਰਤੇ ਬੈਠਾ ਹੈ, ਕੋਈ ਟੈਸਟ ਕਲੀਅਰ ਕਰਕੇ ਬੈਠੇ ਹੋਏ ਨੇ ਲੇਕਿਨ ਫਿਰ ਵੀ ਉਹਨਾਂ ਨੂੰ ਆਪਣੀ ਜੌਬ ਨਹੀਂ ਮਿਲਦੀ। ਸੋ ਹਿੰਦੁਸਤਾਨ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਉਹ ਇੱਕ ਬਹੁਤ ਵੱਡੀ ਰੁਕਾਵਟ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਹੈ ਕੱਟੜਤਾ। ਕੱਟੜਤਾ ਤੋਂ ਭਾਵ ਹੈ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ, ਕਿਸੇ ਵੀ ਪ੍ਰਕਾਰ ਦੀ ਜਿੱਦ ਆਪਣੇ ਆਪ ਦੇ ਵਿੱਚ ਜੇ ਨੈਗੇਟਿਵ ਹੋਵੇ ਤਾਂ ਮਾੜੀ ਹੈ, ਜੇ ਪੋਜ਼ਿਟਿਵ ਹੋਵੇ ਤਾਂ ਚੰਗੀ ਹੈ। ਤੁਸੀਂ ਜਿੱਦ ਕਰੋ ਕਿ ਹਾਂ ਮੈਂ ਫਸਟ ਆਣਾ ਹੈ, ਇਹ ਚੰਗੀ ਗੱਲ ਹੈ, ਲੇਕਿਨ ਜੇ ਤੁਸੀਂ ਜਿੱਦ ਕਰੋ ਪੇਰੈਂਟਸ ਦੇ ਕੋਲ ਪੈਸੇ ਨਹੀਂ ਹੈਗੇ ਅਤੇ ਬੱਚੇ ਤੁਸੀਂ ਜਿੱਦ ਕਰਦੇ ਹੋ ਕਿ ਨਹੀਂ ਮੈਨੂੰ ਅੱਜ ਹੀ ਮੋਟਰਸਾਈਕਲ ਚਾਹੀਦਾ ਹੈ, ਇਹ ਕੱਟੜਤਾ ਹੈ। ਕੱਟੜਤਾ ਇੱਕ ਨੈਗੇਟਿਵ ਵਰਡ ਹੈ, ਠੀਕ ਹੈ, ਅਤੇ ਇਹਦੇ ਵਿੱਚ ਕੀ ਹੈ ਕਿ ਤੁਸੀਂ ਆਪਣਾ ਵੀ ਨੁਕਸਾਨ ਕਰਦੇ ਹੋ ਅਤੇ ਸਮਾਜ ਦਾ ਵੀ ਨੁਕਸਾਨ ਜਿਹੜਾ ਹੈ ਉਹ ਹੋ ਜਾਂਦਾ ਹੈ। ਕੱਟੜਤਾ ਵੀ ਚੰਗੇ ਨਾਗਰਿਕ ਦੇ ਰਸਤੇ ਵਿੱਚ ਇੱਕ ਰੁਕਾਵਟ ਹੈ। ਉਹ ਜ਼ਿਆਦਾ ਕੱਟੜ ਵਿਅਕਤੀ ਦੀ ਸੋਚ, ਜਿਹੜਾ ਕੱਟੜ ਵਿਅਕਤੀ ਹੋਏਗਾ ਨਾ ਉਹਦੀ ਜਿਹੜੀ ਸੋਚ ਹੁੰਦੀ ਹੈ ਉਹ ਬਹੁਤ ਛੋਟੀ ਹੁੰਦੀ ਹੈ। ਉਹ ਸਿਰਫ ਇੱਕੋ ਹੀ ਨਜ਼ਰੀਏ ਨਾਲ ਦੇਖਦਾ ਹੈ ਕਿ ਹਾਂ ਇਹ ਗੱਲ ਸਹੀ ਹੈ, ਉਹ ਬਾਕੀ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਦਾ ਹੈ। ਜਿਵੇਂ ਮੰਨ ਲਓ ਇੱਕ ਬਹੁਤ ਪੁਰਾਣੀ ਗੱਲ ਹੈ, ਇੱਕ ਅਧਿਆਪਕ ਸਾਹਿਬਾਨ ਨੇ ਇੱਕ ਬੱਚੇ ਨੂੰ ਕਲਾਸ ਦੇ ਵਿੱਚ ਸਟੂਡੈਂਟਸ ਨੂੰ ਇੱਕ ਵਾਈਟ ਕਾਗਜ਼ ਦੇ ਉੱਪਰ ਇੱਕ ਛੋਟਾ ਜਿਹਾ ਡਾਟ ਲਗਾਤਾ ਸੈਂਟਰ ਦੇ ਵਿੱਚ। ਤਾਂ ਸਾਰੇ ਸਟੂਡੈਂਟਸ ਨੇ ਉਹ ਜਿਹੜਾ ਕਾਲਾ ਡਾਟ ਸੈਂਟਰ ਵਿੱਚ ਸੀਗਾ ਉਹਦੇ ਬਾਰੇ ਲਿਖਿਆ, ਕਿਸੇ ਨੇ ਕੁਝ ਲਿਖਿਆ, ਕਿਸੇ ਨੇ ਕੁਝ ਲਿਖਿਆ, ਕਿਸੇ ਨੇ ਕੁਝ ਲਿਖਿਆ। ਜਦੋਂ ਉਹਨਾਂ ਨੇ ਸਾਰੇ ਨੇ ਆਪਣੇ ਆਪਣੇ ਪੇਜ ਜਿਹੜੇ ਸੀਗੇ ਆਪਣੇ ਅਧਿਆਪਕ ਸਾਹਿਬਾਨ ਨੂੰ ਵਾਪਸ ਕੀਤੇ ਤਾਂ ਅਧਿਆਪਕ ਜਿਹੜਾ ਸੀਗਾ ਉਹਨੂੰ ਬੜਾ ਹੈਰਾਨਗੀ ਹੋਈ ਅਤੇ ਖੁਸ਼ ਵੀ ਹੋਇਆ ਅਤੇ ਬੱਚਿਆਂ ਦੀਆਂ ਕਹਿ ਲੋ ਕਿ ਵੀ ਉਹਨੂੰ ਹੈਰਾਨਗੀ ਇਸ ਗੱਲ ਦੀ ਹੋਈ ਕਿ ਜਿਹੜਾ 90% ਚਿੱਟਾ ਕਾਗਜ਼ ਸੀਗਾ ਉਹਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਤੇ ਜਿਹੜਾ ਇੱਕ ਡਾਟ ਲੱਗਾ ਹੋਇਆ ਸੀ ਕਾਲਾ ਉਹਨੂੰ ਹੀ ਸਾਰੇ ਦੇਖੀ ਜਾ ਰਹੇ ਸੀਗੇ, ਤਾਂ ਉਹਦੇ ਉੱਪਰ ਹੀ ਸਾਰੇ ਗੱਲਾਂ ਕਰ ਰਹੇ ਸਨ। ਸੋ ਜਿਹੜਾ ਕੱਟੜ ਵਿਅਕਤੀ ਹੁੰਦਾ ਹੈ ਉਹਦੀ ਜਿਹੜੀ ਸੋਚ ਹੁੰਦੀ ਹੈ ਉਹ ਬੜੀ ਛੋਟੀ ਹੋ ਜਾਂਦੀ ਹੈ, ਉਹ ਨਿਗੂਣੀ ਹੋ ਜਾਂਦੀ ਹੈ ਅਤੇ ਉਹ ਇੰਨਾ ਜ਼ਿਆਦਾ ਆਪਣੇ ਦਿਮਾਗ ਦੇ ਵਿੱਚ ਬੋਝ ਪਾ ਲੈਂਦਾ ਹੈ ਕਿ ਉਹਨੂੰ ਆਸ-ਪਾਸ ਦੇ ਜਿਹੜੀਆਂ ਅੱਛੀਆਂ ਚੀਜ਼ਾਂ ਹੁੰਦੀਆਂ ਨੇ ਉਹ ਉਸ ਨੂੰ ਨਜ਼ਰ ਨਹੀਂ ਆਉਂਦੀਆਂ। ਸੋ ਆਪਣੇ ਆਪ ਨੂੰ ਫਲੈਕਸੀਬਲ ਬਣਾਓ, ਆਪਣੇ ਆਪ ਨੂੰ ਪ੍ਰਸਥਿਤੀਆਂ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੋ। ਜਿਵੇਂ ਹੁਣ ਆਪਾਂ ਸਾਰੇ ਆਨਲਾਈਨ ਸਟੱਡੀ ਕਰ ਰਹੇ ਹਾਂ, ਹਾਲਾਤ ਦੀ ਮੰਗ ਹੈ, ਸਮੇਂ ਦੀ ਮੰਗ ਹੈ, ਕਹਿ ਲੋ ਕਿ ਵੀ ਸਾਨੂੰ ਉਸ ਹਿਸਾਬ ਨਾਲ ਐਫਰਟਸ ਕਰਨੇ ਪੈ ਰਹੇ ਹਨ। ਮੇਰੇ ਵਰਗਾ ਇਨਸਾਨ ਜਿਹਨੂੰ ਬਹੁਤ ਘੱਟ ਕੰਪਿਊਟਰ ਆਉਂਦਾ ਸੀਗਾ ਜਾਂ ਇਹ ਸਾਰਾ ਕੰਮ ਨਹੀਂ ਅਸੀਂ ਆਉਂਦਾ, ਮੈਂ ਵੀ ਕੀਤਾ ਹੈ। ਸੋ ਆਪਣੇ ਆਪ ਨੂੰ ਜਿਹੜੇ ਜੀਵ ਜੰਤੂ ਵਾਤਾਵਰਣ ਦੇ ਅਨੁਸਾਰ ਢਾਲ ਲੈਂਦੇ ਹਨ ਉਹੀ ਪ੍ਰਜਾਤੀਆਂ ਜਿਹੜੀਆਂ ਨੇ ਉਹ ਬਚਦੀਆਂ ਹਨ। ਸੋ ਬੇਟੇ ਜਿੱਦ ਕਰੋ ਫਸਟ ਆਉਣ ਦੀ, ਜਿੱਦ ਕਰੋ ਕੁਝ ਨਵਾਂ ਬਣਨ ਦੀ, ਜਿੱਦ ਕਰੋ ਹਾਈਐਸਟ ਪੋਸਟਾਂ ਤੇ ਜਾਣ ਦੀ, ਜਿੱਦ ਕਰੋ ਚੰਗੇ ਨੰਬਰ ਲੈਣ ਦੀ, ਲੇਕਿਨ ਆਪਣੇ ਆਪ ਦੇ ਵਿੱਚ ਕਿਸੇ ਵੀ ਕੰਮ ਦੇ ਪ੍ਰਤੀ ਕੱਟੜਤਾ ਮਾੜੀ ਚੀਜ਼ ਨਾ ਲੈ ਕੇ ਆਓ ਜਿਹੜੀ ਕਿ ਸਾਡੇ ਦੇਸ਼ ਦਾ, ਸਾਡੇ ਸਮਾਜ ਦਾ, ਸਾਡੇ ਪੇਰੈਂਟਸ ਦਾ ਤੇ ਸਾਡਾ ਆਪਣਾ ਆਪ ਨੁਕਸਾਨ ਕਰਦੀ ਹੈ ਜਾਂ ਸਾਡੇ ਆਪਣੇ ਆਪ ਲਈ ਖਤਰਾ ਪੈਦਾ ਕਰਦੀ ਹੈ। ਉਸ ਤੋਂ ਅੱਗੇਲਾ ਪੁਆਇੰਟ ਹੈ ਖੇਤਰਵਾਦ, ਪ੍ਰਾਂਤਵਾਦ। ਪ੍ਰਾਂਤਵਾਦ ਜਾਂ ਖੇਤਰਵਾਦ ਤੋਂ ਭਾਵ ਹੈ ਕਿ ਆਪਣੇ ਹੀ ਪ੍ਰਾਂਤ ਨੂੰ ਪਿਆਰ ਕਰਨਾ, ਆਪਣੇ ਹੀ ਖੇਤਰ ਨੂੰ ਜ਼ਿਆਦਾ ਸਲਾਹਣਾ ਕਿ ਸਾਡਾ ਪੰਜਾਬ ਹੀ ਸਭ ਤੋਂ ਵਧੀਆ ਹੈ, ਬਾਕੀ ਸਾਰੇ ਤਾਂ ਜੀ ਬਸ ਐਵੇਂ ਹੀ ਨੇ। ਨਹੀਂ, ਜਿਹੜੀ ਇਹ ਭਾਵਨਾ ਹੈ ਇਹ ਇੱਕ ਬਹੁਤ ਹੀ ਗਲਤ ਭਾਵਨਾ ਹੈ। ਜਿਵੇਂ ਮੰਨ ਲਓ ਆਪਣੇ ਸਕੂਲ ਦਾ ਕਿਸੇ ਦੂਸਰੇ ਸਕੂਲ ਦਾ ਮੈਚ ਹੁੰਦਾ ਹੋਵੇ ਜਾਂ ਤੁਸੀਂ ਕਹਿ ਲਓ ਕਿ ਵੀ ਹਿੰਦੁਸਤਾਨ ਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ ਅਤੇ ਬਹੁਤ ਸਾਰੀਆਂ ਅਸੀਂ ਟੀਵੀ ਦੇਖਦੇ ਹਾਂ, ਮੀਡੀਆ ਤੇ ਦੇਖਦੇ ਹਾਂ ਕਿ ਲੋਕ ਭੰਨਤੋੜ ਕਰ ਦਿੰਦੇ ਹਨ। ਇਹੋ ਜਿਹੀ ਭਾਵਨਾ ਨਹੀਂ ਹੋਣੀ ਚਾਹੀਦੀ। ਖੇਤਰਵਾਦ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਉਹ ਮਾੜਾ ਹੈ। ਜਿਵੇਂ ਕਿ ਮਹਾਰਾਸ਼ਟਰੀਆਂ ਲਈ, ਬਿਹਾਰੀਆਂ ਲਈ, ਅਸਾਮੀਆਂ ਲਈ। ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਆਪਸ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ, ਸਾਡਾ ਆਪਣਾ ਵਿਕਾਸ ਰੁਕ ਜਾਂਦਾ ਹੈ, ਸਾਡੇ ਦੇਸ਼ ਦਾ ਵਿਕਾਸ ਰੁਕ ਜਾਂਦਾ ਹੈ। ਘੜੀ ਪਲਾਂ ਦੇ ਵਿੱਚ ਅਸੀਂ ਆਪਣੀ ਸੰਪਤੀ ਨਸ਼ਟ ਕਰ ਦਿੰਦੇ ਹਾਂ ਜਿਹਨੂੰ ਬਣਾਉਣ ਦੇ ਵਿੱਚ ਇੰਨਾ ਵਕਤ ਲੱਗਦਾ ਹੈ ਤੇ ਇੰਨਾ ਪੈਸਾ ਲੱਗਦਾ ਹੈ। ਸੋ ਇਸ ਕਰਕੇ ਖੇਤਰਵਾਦ ਦੀ ਭਾਵਨਾ ਜਿਹੜੀ ਹੈ ਉਹ ਚੰਗੇ ਨਾਗਰਿਕ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਮੰਨੀ ਜਾਂਦੀ ਹੈ, ਚਾਹੇ ਉਹ ਕਿਸੇ ਵੀ ਕਿਸਮ ਦਾ ਖੇਤਰਵਾਦ ਹੋਵੇ। ਘਰਾਂ ਦੇ ਵਿੱਚ ਵੀ ਤੁਸੀਂ ਦੇਖ ਲਓ, ਮੇਰੀ ਦੀਵਾਰ ਨਾਲ ਦੀ ਦੀਵਾਰ ਤੋਂ ਉੱਚੀ ਹੋਣੀ ਚਾਹੀਦੀ ਹੈ।
ਜੇ ਸਕੂਲ ਦਾ ਦੂਜੇ ਸਕੂਲ ਨਾਲ ਮੁਕਾਬਲਾ ਹੁੰਦਾ ਹੈ ਤਾਂ ਅਸੀਂ ਜਿੱਦ ਕਰਦੇ ਹਾਂ, ਅਸੀਂ ਕਈ ਵਾਰੀ ਗਲਤ ਤਰੀਕੇ ਨਾਲ ਵੀ ਆਪਣੇ ਸਕੂਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂ? ਕਿਉਂਕਿ ਸਾਡੇ 'ਚ ਖੇਡਣ ਦੀ ਭਾਵਨਾ ਘੱਟ ਹੁੰਦੀ ਹੈ ਤੇ ਲੜਨ ਦੀ ਭਾਵਨਾ ਜ਼ਿਆਦਾ ਹੁੰਦੀ ਹੈ, ਜਾਂ ਕਹਿ ਲਓ ਕਿ ਅਸੀਂ ਆਪਣੇ ਆਪ ਨੂੰ ਹੀਨ ਸਮਝਣ ਲੱਗ ਪੈਂਦੇ ਹਾਂ ਜੇ ਅਸੀਂ ਹਾਰਨ ਲੱਗ ਪਈਏ। ਸੋ ਇਦਾਂ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਇਹ ਸਾਰੀਆਂ ਚੀਜ਼ਾਂ ਸਾਡੇ ਦੇਸ਼ ਲਈ, ਸਾਡੀ ਏਕਤਾ ਲਈ, ਸਾਡੀ ਅਖੰਡਤਾ ਲਈ ਖਤਰਾ ਪੈਦਾ ਕਰਦੀਆਂ ਹਨ। ਉਸ ਤੋਂ ਅਗਲਾ ਪੁਆਇੰਟ ਹੈ ਦਲਬੰਦੀ। ਦਲਬੰਦੀ ਤੋਂ ਭਾਵ ਹੈ ਇੱਕ ਗਰੁੱਪ ਨੂੰ ਛੱਡ ਕੇ ਦੂਸਰੇ ਗਰੁੱਪ 'ਚ ਸ਼ਾਮਿਲ ਹੋਣਾ ਜਾਂ ਆਪਣੇ ਆਪ ਨੂੰ ਕਈ ਗਰੁੱਪਾਂ ਦੇ ਵਿੱਚ ਵੰਡਣਾ। ਭਾਰਤ ਦੇ ਵਿੱਚ ਲੋਕਤੰਤਰ ਹੈ, ਲੋਕਤੰਤਰੀ ਸਰਕਾਰ ਹੈ। ਵਿਅਕਤੀ ਆਪਣੀ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਦੇ ਹਨ, ਆਪਣੇ ਉਮੀਦਵਾਰ ਚੁਣਦੇ ਹਨ ਅਤੇ ਜਦੋਂ ਉਹ ਚੁਣੇ ਜਾਂਦੇ ਹਨ, ਜਦੋਂ ਉਹ ਜਿੱਤ ਜਾਂਦੇ ਹਨ ਅਤੇ ਕਿਸੇ ਨਾ ਕਿਸੇ ਮੋੜ ਤੇ ਆ ਕੇ ਫਿਰ ਆਪਣੀ ਪਾਰਟੀ ਬਦਲਣੀ ਸ਼ੁਰੂ ਕਰ ਲੈਂਦੇ ਹਨ, ਜੋ ਕਿ ਗਲਤ ਹੈ। ਇਹ ਸੱਚ ਹੈ ਕਿ ਰਾਜਨੀਤਿਕ ਦਲ ਲੋਕਤੰਤਰ ਦੀ ਜਿੰਦ ਜਾਨ ਹੁੰਦੇ ਹਨ। ਇਸ ਤੋਂ ਬਿਨਾਂ ਕੋਈ ਵੀ ਲੋਕਤੰਤਰੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਹਿੰਦੁਸਤਾਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹਦੇ ਵਿੱਚ ਕੋਈ ਸੰਦੇਹ ਨਹੀਂ ਹੈ। ਪਰ ਦਲਬੰਦੀ ਦੀ ਜਿਹੜੀ ਭਾਵਨਾ ਹੈ ਉਹ ਰਾਜਨੀਤਿਕ ਵਾਤਾਵਰਣ ਨੂੰ ਦੂਸ਼ਿਤ ਕਰ ਦਿੰਦੀ ਹੈ। ਲੋਕਾਂ ਨੂੰ ਵਿਸ਼ਵਾਸ ਨਹੀਂ ਰਹਿੰਦਾ ਕਿ ਜਿਹੜਾ ਸਾਡਾ ਚੁਣਿਆ ਹੋਇਆ ਨੁਮਾਇੰਦਾ ਹੈ ਇਹ ਇਸੇ ਪਾਰਟੀ ਵਿੱਚ ਰਹੇਗਾ ਕਿ ਨਹੀਂ ਰਹੇਗਾ, ਸਾਡੇ ਕੰਮ ਕਰੇਗਾ ਕਿ ਨਹੀਂ ਕੰਮ ਕਰੇਗਾ। ਵਿਅਕਤੀ ਦੀ ਸੋਚ ਨੂੰ ਬਹੁਤ ਛੋਟਾ ਜਾਂ ਨੀਵਾਂ ਕਰ ਦਿੰਦੀ ਹੈ। ਗੁੱਟਾਂ ਵਿੱਚ ਵੰਡੇ ਲੋਕ ਇੱਕ ਦੂਜੇ ਉੱਪਰ ਚਿੱਕੜ ਸੁੱਟਦੇ ਹਨ ਤਾਂ ਜੋ ਚੋਣਾਂ ਵਿੱਚ ਸਫਲਤਾ ਪ੍ਰਾਪਤ ਕਰ ਸਕਣ। ਅਜਿਹਾ ਵਾਤਾਵਰਣ ਚੰਗੇ ਨਾਗਰਿਕ ਦੇ ਰਸਤੇ ਵਿੱਚ ਰੁਕਾਵਟ ਹੈ। ਕਿਉਂਕਿ 1 ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਅਸੀਂ ਉਸੇ ਹੀ ਪਾਰਟੀ ਦੇ ਅਗੇਂਸਟ ਬੋਲ ਰਹੇ ਹੁੰਨੇ ਹਾਂ, ਅਸੀਂ ਉਸੇ ਹੀ ਪਾਰਟੀ ਦੇ ਵਿਰੋਧ ਵਿੱਚ ਬੋਲ ਰਹੇ ਹੁੰਨੇ ਹਾਂ ਅਤੇ ਜਦੋਂ ਅਸੀਂ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਲੈਂਦੇ ਹਾਂ ਤਾਂ ਅਸੀਂ ਉਸ ਦੇ ਗੁਣ ਗਾਉਣ ਲੱਗ ਪੈਂਦੇ ਹਾਂ। ਸੋ ਇੱਕ ਜਿਹੜਾ ਨਾਗਰਿਕ ਹੈ ਉਹ ਕਨਫਿਊਜ਼ ਹੋ ਜਾਂਦਾ ਹੈ ਕਿ what is wrong, what is right। ਸੋ ਇਦਾਂ ਦੀਆਂ ਜਿਹੜੀਆਂ ਰੁਕਾਵਟਾਂ ਨੇ ਉਹ ਜਿਹੜਾ ਅੱਛਾ ਨਾਗਰਿਕ ਹੈ ਉਹਦੇ ਰਸਤੇ ਵਿੱਚ ਪੈਦਾ ਹੁੰਦੀਆਂ ਨੇ ਅਤੇ ਇਹ ਤੁਹਾਡੇ ਸਾਹਮਣੇ ਜਿੰਨੇ ਵੀ ਆਪਾਂ ਪ੍ਰੋਬਲਮਸ ਪੜੀਆਂ ਨੇ ਅਸੀਂ ਇਹਨਾਂ ਨੂੰ ਸੋਲਵ ਕਰ ਸਕਦੇ ਹਾਂ। ਦੁਨੀਆ ਦੀ ਕੋਈ ਵੀ ਰੁਕਾਵਟ ਇਦਾਂ ਦੀ ਨਹੀਂ ਹੈ, ਕੋਈ ਹਰਡਲ ਇਦਾਂ ਦੀ ਨਹੀਂ ਹੈ, ਕੋਈ ਮੁਸ਼ਕਿਲ ਇਦਾਂ ਦੀ ਨਹੀਂ ਹੈ ਜਿਹਦਾ ਸੋਲੂਸ਼ਨ ਨਾ ਹੋਵੇ। ਪਰਮਾਤਮਾ ਨੇ ਹਰ ਇੱਕ ਤਾਲੇ ਦੀ ਜਿਵੇਂ ਚਾਬੀ ਬਣੀ ਹੁੰਦੀ ਹੈ ਉਸੇ ਤਰੀਕੇ ਨਾਲ ਹਰ ਇੱਕ ਜਿਹੜੀ ਪ੍ਰੋਬਲਮ ਹੈ ਉਹਦਾ ਜਿਹੜਾ ਸੋਲੂਸ਼ਨ ਹੈ ਉਹ ਵੀ ਇਨਸਾਨ ਦੇ ਕੋਲ ਦਿੱਤਾ ਹੋਇਆ ਹੈ। ਇਹ ਸਨ ਇੱਕ ਅੱਛੇ ਨਾਗਰਿਕ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਹੁਣ ਅਸੀਂ ਅਗਲਾ ਟੌਪਿਕ ਪੜਾਂਗੇ ਕਿ ਇਹਨਾਂ ਰੁਕਾਵਟਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਇਹ ਕੋਈ ਇੰਨੀਆਂ ਵੱਡੀਆਂ ਰੁਕਾਵਟਾਂ ਨਹੀਂ ਹਨ ਕਿ ਜਿਨ੍ਹਾਂ ਨੂੰ ਅਸੀਂ ਦੂਰ ਨਾ ਕਰ ਸਕੀਏ। ਜੇਕਰ ਅਸੀਂ ਅੱਛੀਆਂ ਕਿਤਾਬਾਂ ਪੜ੍ਹੀਏ, ਅੱਛੇ ਲੋਕਾਂ ਦੇ ਵਿਚਾਰ ਸੁਣੀਏ ਤਾਂ ਅਸੀਂ ਇਹਨਾਂ ਵਿਚਾਰਾਂ ਦੇ ਆਧਾਰ ਤੇ ਆਪਣੇ ਦੇਸ਼ ਦੇ ਵਿੱਚ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਾਂ। ਇਸ ਦੇ ਵਿੱਚ ਸਭ ਤੋਂ ਪਹਿਲਾ ਜੋ ਹੈ ਉਹ ਹੈ ਕਿ ਗੁੱਡ ਸਿਟੀਜ਼ਨ 10 ways to be a good citizen। ਇੱਕ ਅੱਛਾ ਨਾਗਰਿਕ ਕਿਵੇਂ ਬਣਿਆ ਜਾ ਸਕਦਾ ਹੈ। ਇੱਕ ਅੱਛਾ ਨਾਗਰਿਕ ਬਣਨ ਤੋਂ ਭਾਵ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਚੰਗੇ ਬਣੋ। ਆਪਣੇ ਵੱਡਿਆਂ ਦਾ ਕਹਿਣਾ ਮੰਨੋ, ਛੋਟਿਆਂ ਨੂੰ ਪਿਆਰ ਨਾਲ ਰੱਖੋ ਅਤੇ ਜਿੰਨਾ ਵੀ ਤੁਸੀਂ ਕੰਮ ਕਰ ਸਕਦੇ ਹੋ ਆਪਣੇ ਪੇਰੈਂਟਸ ਨੂੰ ਉਹਦੀ ਹੈਲਪ ਕਰੋ। ਦੂਸਰੇ ਨੰਬਰ ਤੇ ਆਉਂਦਾ ਸਕੂਲ ਦੇ ਵਿੱਚ ਆਪਣੇ ਟੀਚਰ ਸਾਹਿਬਾਨ ਜੋ ਤੁਹਾਨੂੰ ਕੰਮ ਦਿੰਦੇ ਨੇ ਉਹਨਾਂ ਕੰਮਾਂ ਨੂੰ ਪੂਰਾ ਕਰੋ, ਜੋ ਤੁਹਾਡੀ ਰਿਸਪੌਂਸਿਬਿਲਿਟੀ ਹੈ, ਜੋ ਤੁਹਾਡਾ ਕਰਤੱਵ ਹੈ। ਉਸ ਤੋਂ ਬਾਅਦ ਆ ਜਾਂਦੀ ਹੈ ਸੁਸਾਇਟੀ। ਜਿਵੇਂ ਕਿ ਆਪਾਂ ਪਿਕਚਰ ਦੇ ਵਿੱਚ ਦੇਖ ਰਹੇ ਹਾਂ, ਜਿਹੜਾ ਬੱਚਾ ਆਪਣੇ ਘਰ ਦੇ ਵਿੱਚ ਅੱਛਾ ਹੋਏਗਾ ਉਹ ਸਕੂਲ ਦੇ ਵਿੱਚ ਵੀ ਅੱਛਾ ਹੋਏਗਾ ਅਤੇ ਉਹ ਨੋ ਡਾਊਟ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਮਾਜ ਦੇ ਵਿੱਚ ਵੀ ਇੱਕ ਅੱਛਾ ਨਾਗਰਿਕ ਬਣੇਗਾ। ਸੋ ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪੜਾਂਗੇ ਮੁਫਤ ਅਤੇ ਲਾਜ਼ਮੀ ਸਿੱਖਿਆ। ਦੁਨੀਆ ਦੇ ਹਰ ਦੇਸ਼ ਦੇ ਵਿੱਚ ਤਕਰੀਬਨ ਇਹ ਜਿਹੜੀ ਪ੍ਰੋਵੀਜ਼ਨ ਹੈ, ਇਹ ਜਿਹੜਾ ਇਹ ਸਿੱਖਿਆ ਹੈ, ਲਾਜ਼ਮੀ ਸਿੱਖਿਆ ਹੈ, ਪ੍ਰੋਵੀਜ਼ਨ ਜਿਹੜੀ ਹੈ ਇਹ ਹਰ ਮੁਲਕ ਜਿਹੜਾ ਹੈਗਾ ਉਹ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹਿੰਦੁਸਤਾਨ ਨੇ ਇਹ ਕੋਸ਼ਿਸ਼ ਕੀਤੀ ਹੈ ਅਤੇ ਇਸ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਹੈ। ਸੋ ਸਿੱਖਿਆ ਜੋ ਹੈ ਵਿਅਕਤੀ ਦਾ ਤੀਸਰਾ ਨੇਤਰ ਹੈ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਉਦੋਂ ਹੀ ਹੋ ਜਾਂਦੇ ਹਨ ਜਦੋਂ ਅਸੀਂ ਧਿਆਨ ਨਾਲ ਕਿਸੇ ਗੱਲ ਨੂੰ ਸੋਚਦੇ ਹਾਂ, ਧਿਆਨ ਨਾਲ ਕਿਸੇ ਗੱਲ ਨੂੰ ਪੜ੍ਹਦੇ ਹਾਂ ਅਤੇ ਧਿਆਨ ਨਾਲ ਕਿਸੇ ਗੱਲ ਦੇ ਉੱਪਰ ਵਿਚਾਰ ਕਰਦੇ ਹਾਂ। ਸੋ ਇਸ ਕਰਕੇ ਹਰ ਇੱਕ ਮੁਲਕ ਦੇ ਵਿੱਚ ਜਾਂ ਕਹ ਲਓ ਹਿੰਦੁਸਤਾਨ ਦੇ ਵਿੱਚ ਮੁਫਤ ਅਤੇ ਲਾਜ਼ਮੀ ਸਿੱਖਿਆ ਹੋਣੀ ਚਾਹੀਦੀ ਹੈ ਅਤੇ ਕਾਫੀ ਹੱਦ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਵੀ ਹੈ। ਆਪਣੇ ਸਰਕਾਰੀ ਸਕੂਲਾਂ 'ਚ ਦੇਖੋ, ਤੁਸੀਂ ਪੜ੍ਹ ਰਹੇ ਹੋ, ਸਰਕਾਰ ਨੇ ਅਨਾਉਂਸ ਕੀਤਾ ਹੋਇਆ ਹੈ ਕਿ ਇਸ ਮਹਾਮਾਰੀ ਦੇ ਵਿੱਚ ਕੋਈ ਵੀ ਜਿਹੜਾ ਬੱਚਾ ਹੈ ਉਹ ਫੀਸ ਜਮ੍ਹਾਂ ਨਹੀਂ ਕਰਾਏਗਾ। ਜਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਜੋ ਵੀ ਜਿੱਦਾਂ ਵੀ ਹੈ, ਠੀਕ ਹੈ ਨਾ, ਜਿੰਨੀ ਕਿਸੇ ਦੀ ਸਰਕਾਰ ਕੋ ਕੰਮ ਕਰ ਰਹੀ ਹੈ ਉਹ ਅਸੀਂ ਸਾਰਾ ਕੁਝ ਦੇਖ ਹੀ ਰਹੇ ਹਾਂ। ਸੋ
ਇਸ ਨਾਲ ਵਿਅਕਤੀ ਦੀ ਗਿਆਨ ਦੀ ਅੱਖ ਖੁੱਲਦੀ ਹੈ, ਉਹ ਸਮਾਜ ਵਿੱਚ ਫੈਲੀਆਂ ਚੰਗਿਆਈਆਂ ਅਤੇ ਬੁਰਾਈਆਂ ਨੂੰ ਪਹਿਚਾਨ ਸਕਦਾ ਹੈ। ਇਸ ਲਈ ਹਰ ਵਿਅਕਤੀ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦਿੱਤੇ ਜਾਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਜਿੱਥੇ ਵਿਅਕਤੀ ਗਿਆਨਵਾਨ ਬਣਦਾ ਹੈ, ਉਹਦੇ ਵਿੱਚ ਚੰਗੇ ਗੁਣਾਂ ਦਾ ਪ੍ਰਸਾਰ ਵੀ ਹੁੰਦਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਜੋ ਹੈ, ਜੇਕਰ ਲੋਕ ਪੜ੍ਹੇ ਲਿਖੇ ਹੋਣਗੇ ਤਾਂ ਉਹ ਸਾਰੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਨਾਲ ਵਿਚਾਰ ਕਰ ਸਕਦੇ ਹੋਣਗੇ। ਉਸ ਤੋਂ ਬਾਅਦ ਹੈ ਵਧੀਆ ਸਿਹਤ। ਜਿਹੜਾ ਵਿਅਕਤੀ ਵਧੀਆ ਸਿਹਤ ਦਾ ਮਾਲਕ ਨਹੀਂ ਹੈ, ਜਾਂ ਕਹਿ ਲਓ ਕਿ ਜਿਹੜਾ ਵਿਅਕਤੀ ਹਮੇਸ਼ਾ ਬਿਮਾਰ ਹੀ ਰਹਿੰਦਾ ਹੈ, ਉਹ ਆਪਣੇ ਆਪ ਨੂੰ ਹੌਲੀ-ਹੌਲੀ ਦੂਜਿਆਂ ਦੇ ਉੱਪਰ ਭਾਰ ਸਮਝਣਾ ਸ਼ੁਰੂ ਕਰ ਦਿੰਦਾ ਹੈ। ਉਹਦੀ ਜਿਹੜੀ ਸੋਚ ਹੈ ਉਹ ਨਿਰਾਸ਼ਾਵਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਉਲਟ ਜਿਹੜਾ ਵਿਅਕਤੀ ਤੰਦਰੁਸਤ ਹੈ, ਉਹ ਆਪਣੇ ਬਾਰੇ ਵੀ ਵਧੀਆ ਸੋਚਦਾ ਹੈ, ਉਹ ਆਪਣੇ ਪਰਿਵਾਰ ਬਾਰੇ ਵਧੀਆ ਸੋਚਦਾ ਹੈ ਅਤੇ ਆਪਣੇ ਸਮਾਜ ਬਾਰੇ ਵੀ ਵਧੀਆ ਸੋਚਣ ਦੀ ਕੋਸ਼ਿਸ਼ ਕਰਦਾ ਹੈ। ਸਿਹਤ ਸੰਬੰਧੀ ਅਰੋਗ ਵਿਅਕਤੀ ਜਿਹੜਾ ਹੈ, ਜਿਸ ਨੂੰ ਕੋਈ ਰੋਗ ਨਹੀਂ ਲੱਗਾ ਹੋਇਆ, ਜਿਹੜਾ ਕਿ ਬਿਲਕੁਲ ਤੰਦਰੁਸਤ ਹੈ, ਉਹੀ ਅੱਗੇ ਤੰਦਰੁਸਤ ਸਮਾਜ ਦੀ ਸਥਾਪਨਾ ਕਰਨ ਦੇ ਵਿੱਚ ਸਫਲ ਹੋ ਸਕਦਾ ਹੈ। ਆਦਰਸ਼ ਨਾਗਰਿਕ ਦਾ ਅਰੋਗ ਹੋਣਾ ਬਹੁਤ ਜ਼ਰੂਰੀ ਹੈ। ਜਿੰਨਾ ਸਮਾਜ ਤੰਦਰੁਸਤ ਹੋਵੇਗਾ, ਉਨਾ ਹੀ ਉਸ ਸਮਾਜ ਦਾ ਵਿਕਾਸ ਲਾਜ਼ਮੀ ਅਤੇ ਜ਼ਰੂਰੀ ਹੋਵੇਗਾ। ਇਸ ਲਈ ਸਰਕਾਰ ਨੂੰ ਵਧੀਆ ਸਿਹਤ ਸਹੂਲਤਾਂ ਨਾਗਰਿਕਾਂ ਨੂੰ ਦੇਣੀਆਂ ਚਾਹੀਦੀਆਂ ਹਨ। ਇਹ ਨਾ ਹੋਵੇ ਕਿ ਜਿਹੜੇ ਗਰੀਬ ਲੋਕ ਹੈ, ਉਹ ਇਲਾਜ ਪੱਖੋਂ ਆਪਣਾ ਜਿਹੜਾ ਇਲਾਜ ਹੈ ਉਹ ਇੰਨਾ ਮਹਿੰਗਾ ਹੋਵੇ, ਜਾਂ ਸਰਕਾਰਾਂ ਨੇ ਉਹ ਹੈਲਪ ਨਾ ਕਰਨ ਕਿ ਉਹ ਆਪਣਾ ਪਰਿਵਾਰ ਦਾ ਕੋਈ ਜੀ ਹੀ ਗਵਾ ਬੈਠਣ। ਸੋ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਜਿੱਥੇ ਦਵਾਈਆਂ ਵਧੀਆ ਰੇਟ ਤੇ ਮਿਲਦੀਆਂ ਨੇ, ਸਰਕਾਰ ਹਮੇਸ਼ਾ ਇਹਨਾਂ ਸੰਸਥਾਵਾਂ ਦੀ ਰਿਸਪੈਕਟ ਵੀ ਕਰਦੀ ਹੈ ਤੇ ਇਹਨਾਂ ਸੰਸਥਾਵਾਂ ਨੂੰ ਪ੍ਰੋਤਸਾਹਿਤ ਵੀ ਕਰਦੀ ਹੈ। ਉਸ ਤੋਂ ਅੱਗੇ ਹੈ ਲਾਜ਼ਮੀ ਵੋਟ। ਭਾਰਤੀ ਸੰਵਿਧਾਨ ਦੇ ਵਿੱਚ ਰਾਜਨੀਤਿਕ ਅਧਿਕਾਰਾਂ ਦੇ ਵਿੱਚ ਹਰ ਇੱਕ ਨਾਗਰਿਕ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ, ਬਿਨਾਂ ਕਿਸੇ ਭੇਦਭਾਵ ਤੋਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੋਇਆ ਹੈ। ਪਰ ਕਿੰਨੇ ਕੁ ਲੋਕ ਹਨ ਜਿਹੜੇ ਹਮੇਸ਼ਾ ਵੋਟ ਪਾਉਣ ਜਾਂਦੇ ਹਨ? ਇਹਨਾਂ ਦੀ ਗਿਣਤੀ ਬਹੁਤ ਘੱਟ ਹੈ। ਅਜੇ ਵੀ ਜਦ ਕਿ 17 ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ, ਅਜੇ ਵੀ ਅਸੀਂ ਉਨੀ ਚਲੋ ਸਫਲਤਾ ਹਾਸਲ ਨਹੀਂ ਕੀਤੀ ਜਿੰਨੀ ਬਾਹਰਲੇ ਮੁਲਕਾਂ ਨੇ ਸਫਲਤਾ ਹਾਸਲ ਕੀਤੀ ਹੈ। ਸਾਡੇ ਇੱਥੇ ਵੀ ਅਸੀਂ ਅਜੇ 70% ਤੱਕ ਨਹੀਂ ਪਹੁੰਚੇ ਕਿ ਚੋਣਾਂ ਦੇ ਵਿੱਚ 70% ਤੋਂ ਉੱਪਰ ਲੋਕ ਵੋਟਾਂ ਪਾਉਂਦੇ ਹੋਣ। ਲੋਕ ਵੋਟ ਪਾਉਣ ਨੂੰ ਜ਼ਰੂਰੀ ਸਮਝਦੇ ਹੀ ਨਹੀਂ। ਉਹਨਾਂ ਨੂੰ ਇੰਨਾ ਗਿਆਨ ਹੀ ਨਹੀਂ ਹੈਗਾ ਕਿ ਇਸ ਦੇ ਨਾਲ ਸਾਡਾ ਦੇਸ਼ ਜਿਹੜਾ ਹੈਗਾ ਤਰੱਕੀ ਕਰੇਗਾ। ਸੋ ਇਸ ਕਰਕੇ ਇਹ ਕੰਪਲਸਰੀ ਹੋਣਾ ਚਾਹੀਦਾ ਹੈ, ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਹਰ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ, ਉਹ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਪਾਏ। ਕਿਉਂਕਿ ਜੇਕਰ ਉਹ ਵੋਟ ਪਾਏਗਾ, ਜੇਕਰ ਉਹ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰੇਗਾ, ਤਾਂ ਉਸ ਦੇ ਨਾਲ ਸਾਡਾ ਜਿਹੜਾ ਸਮਾਜ ਹੈ, ਜਿਹੜਾ ਸਾਡਾ ਦੇਸ਼ ਹੈ, ਉਹ ਤਰੱਕੀ ਹੀ ਕਰੇਗਾ। ਲਾਜ਼ਮੀ ਵੋਟਿੰਗ ਲੋਕਤੰਤਰ ਵਿੱਚ ਬਾਲਿਗ ਵੋਟ ਅਧਿਕਾਰ ਦੀ ਵਿਵਸਥਾ ਹੁੰਦੀ ਹੈ। ਹਰ ਬਾਲਿਗ ਨੂੰ ਨਿਸ਼ਚਿਤ ਯੋਗਤਾਵਾਂ ਪੂਰੀਆਂ ਕਰਨ ਤੋਂ ਬਾਅਦ ਬਿਨਾਂ ਕਿਸੇ ਭੇਦਭਾਵ ਦੇ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਹੈ। ਪਰ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਕਈ ਲੋਕ ਆਪਣੇ ਇਸ ਅਧਿਕਾਰ ਦੀ ਵਰਤੋਂ ਨਹੀਂ ਕਰਦੇ, ਜਿਸ ਨਾਲ ਠੀਕ ਪ੍ਰਤੀਨਿਧੀਆਂ ਦੀ ਚੋਣ ਨਹੀਂ ਹੋ ਸਕਦੀ। ਇਸ ਲਈ ਲਾਜ਼ਮੀ ਵੋਟਿੰਗ ਦੀ ਵਿਵਸਥਾ ਬਹੁਤ ਜ਼ਰੂਰੀ ਹੁੰਦੀ ਹੈ। ਨੈਕਸਟ ਹੈ ਰੇਡੀਓ, ਟੀਵੀ ਅਤੇ ਅਖਬਾਰਾਂ। ਇਹ ਤਿੰਨੇ ਉਹ ਸਾਧਨ ਹਨ ਜਿਨ੍ਹਾਂ ਨਾਲ ਲੋਕ ਜਾਗਰੂਕ ਹੁੰਦੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਆਪਣੇ ਦੇਸ਼ ਬਾਰੇ ਅਤੇ ਵਿਦੇਸ਼ ਬਾਰੇ ਪਤਾ ਲੱਗਦਾ ਹੈ ਅਤੇ ਲੋਕ ਯਕੀਨ ਵੀ ਕਰਦੇ ਹਨ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਰੋਲ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਕਿਹੜੀ ਜਾਣਕਾਰੀ ਕਿਸ ਤਰੀਕੇ ਨਾਲ ਆਮ ਲੋਕਾਂ ਤੱਕ ਪਹੁੰਚਾ ਰਹੇ ਹਾਂ। ਟੀਵੀ ਅਤੇ ਰੇਡੀਓ ਰਾਹੀਂ ਚੰਗੇ ਵਿਚਾਰ, ਚੰਗੇ ਲੋਕਾਂ ਦੇ ਜਿਹੜੇ ਭਾਸ਼ਣ ਨੇ, ਚੰਗੇ ਲੋਕਾਂ ਦੇ ਜਿਹੜੇ ਵਿਚਾਰ ਲੋਕਾਂ ਤੱਕ ਪਹੁੰਚਦੇ ਹਨ, ਠੀਕ ਹੈ। ਅਤੇ ਬਹੁਤ ਲੋਕ ਜਿਹੜੇ ਵਧੀਆ ਸੰਪਾਦਕੀ ਹੁੰਦੇ ਨੇ, ਐਡੀਟਰ ਹੁੰਦੇ ਨੇ ਜਾਂ ਵਿਦਵਾਨ ਹੁੰਦੇ ਨੇ, ਉਹਨਾਂ ਦੀਆਂ ਗੱਲਾਂ ਨੂੰ ਪੜ੍ਹਦੇ ਨੇ, ਉਹਨਾਂ ਜੋ ਸਮੱਸਿਆਵਾਂ ਲਿਖਦੇ ਨੇ ਉਹਨਾਂ ਨੂੰ ਜਾਣਦੇ ਨੇ ਅਤੇ ਆਪਸ ਦੇ ਵਿੱਚ ਸ਼ੇਅਰ ਕਰਦੇ ਹਨ। ਸੋ ਇਹਨਾਂ ਤਿੰਨਾਂ ਦਾ ਜਿਹੜਾ ਰੋਲ ਹੈ, ਮਾਸ ਮੀਡੀਆ ਹੈ, ਉਸ ਦਾ ਰੋਲ ਸਭ ਤੋਂ ਵੱਧ ਪੋਜ਼ਿਟਿਵ ਹੋਣਾ ਚਾਹੀਦਾ ਹੈ, ਵਧੀਆ ਹੋਣਾ ਚਾਹੀਦਾ ਹੈ, ਕਿਉਂਕਿ ਲੋਕ ਇਹਨਾਂ ਦੇ ਮਗਰ ਬਹੁਤ ਛੇਤੀ ਲੱਗਦੇ ਹਨ। ਕਿਉਂਕਿ ਲੋਕ ਆਪਸ ਦੇ ਵਿੱਚ ਵੀ ਗੱਲਾਂ ਕਰਦੇ ਹਨ ਕਿ ਅਖਬਾਰ 'ਚ ਇਹ ਗੱਲ ਆਈ ਹੈ, ਟੀਵੀ ਤੇ ਇਹ ਗੱਲ ਆਈ ਹੈ, ਜਾਂ ਮੀਡੀਆ ਦੇ ਵਿੱਚ ਇਹ ਗੱਲ ਆ ਰਹੀ ਹੈ। ਸੋ ਮੀਡੀਆ ਦੀ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਅਸੀਂ ਜਿਹੜੀਆਂ ਸਹੀ ਖਬਰਾਂ ਨੇ ਉਹ ਲੋਕਾਂ ਤੱਕ ਪਹੁੰਚਾਈਏ। ਉਸ ਤੋਂ ਅਗਲਾ ਪੁਆਇੰਟ ਆਪਣੇ ਕੋਲ ਆਉਂਦਾ ਹੈ ਸੰਪਰਦਾਇਕਤਾ ਅਤੇ ਜਾਤੀਵਾਦ ਦਾ ਖਾਤਮਾ। ਭਾਵੇਂ ਸਹੀ ਰੂਪ ਦੇ ਵਿੱਚ ਅਜੇ ਵੀ ਅਸੀਂ ਆਪਣੇ ਧਰਮ ਦੇ ਪ੍ਰਤੀ ਅਤੇ ਦੂਸਰਿਆਂ ਦੇ ਪ੍ਰਤੀ
ਕੁਝ ਸੋਚ ਵਧੀਆ ਨਹੀਂ ਰੱਖਦੇ, ਇਹ ਕੁਝ ਲੋਕਾਂ ਦੀ ਭਾਵਨਾ ਹੋਵੇਗੀ। ਜਾਤੀਵਾਦ ਦੇ ਪ੍ਰਤੀ ਵੀ ਸਾਡਾ ਇਹੀ ਹਿਸਾਬ ਹੈ। ਲੇਕਿਨ ਫਿਰ ਵੀ ਜੇ ਅਸੀਂ ਦੇਖੀਏ ਸਾਡੇ ਦੇਸ਼ ਦੇ ਵਿੱਚ ਤਕਰੀਬਨ 1947 ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ, ਅਸੀਂ ਬਹੁਤ ਜ਼ਿਆਦਾ ਵਿਕਸਿਤ ਹੋਏ ਹਾਂ ਅਤੇ ਅਸੀਂ ਇਹਨਾਂ ਸਮੱਸਿਆਵਾਂ ਨੂੰ ਸਮਝਦੇ ਵੀ ਹਾਂ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਸਾਰੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਜਾਣਬੁੱਝ ਕੇ ਸਾਨੂੰ ਆਪਸ ਦੇ ਵਿੱਚ ਲੜਾ ਕੇ ਆਪਣਾ ਜਿਹੜਾ ਹੈ ਉੱਲੂ ਸਿੱਧਾ ਕਰਦੇ ਹਨ। ਸੋ ਸੰਪਰਦਾਇਕਤਾ ਅਤੇ ਜਾਤੀਵਾਦ ਦਾ ਜਿਹੜਾ ਖਾਤਮਾ ਹੈ ਉਹ ਇੱਕ ਕਿਸਮ ਦਾ ਹਰ ਇੱਕ ਰੁਕਾਵਟ ਦੇ ਵਿੱਚੋਂ ਖਾਤਮਾ ਹੀ ਮੰਨਿਆ ਜਾ ਸਕਦਾ ਹੈ, ਕਿਉਂਕਿ ਧਰਮ ਦੇ ਆਧਾਰ ਤੇ ਨਫ਼ਰਤ ਜਿਹੜੀ ਹੈ ਲੋਕਾਂ ਦੇ ਵਿੱਚ ਹੀਨ ਭਾਵਨਾ ਪੈਦਾ ਕਰ ਦਿੰਦੀ ਹੈ ਅਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਪਿਆਰ ਹੈ ਉਹ ਜਿਹੜਾ ਹੈ ਨਫ਼ਰਤ ਦੇ ਵਿੱਚ ਪੈਦਾ ਹੋ ਜਾਂਦਾ ਹੈ ਜਾਂ ਬਦਲ ਜਾਂਦਾ ਹੈ। ਸੋ ਸਾਡੇ ਸਮਾਜ ਦੇ ਵਿੱਚੋਂ ਸੰਪਰਦਾਇਕਤਾ ਅਤੇ ਜਾਤੀਵਾਦ ਦਾ ਖਾਤਮਾ ਜਿਹੜਾ ਹੈ ਉਹ ਹੀ ਚੰਗੇ ਨਾਗਰਿਕ ਜਿਹੜਾ ਹੈਗਾ ਉਹ ਪੈਦਾ ਕਰ ਸਕਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਇਮਾਨਦਾਰ ਨੇਤਾ। ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਤਕਰੀਬਨ 200 ਸਾਲ ਲੱਗੇ। 1857 ਤੋਂ ਲੈ ਕੇ ਪਹਿਲਾਂ ਸਭ ਤੋਂ 1757 ਵਿੱਚ ਪਲਾਸੀ ਦੀ ਲੜਾਈ ਹੋਈ, ਫਿਰ 1857 ਦਾ ਗਦਰ ਹੋਇਆ, ਫਿਰ ਜਾ ਕੇ ਅਸੀਂ 1947 ਨੂੰ ਆਜ਼ਾਦ ਹੋਏ। ਕਿੰਨੇ ਹੀ ਮਹਾਨ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ। ਭਗਤ ਸਿੰਘ, ਮਹਾਤਮਾ ਗਾਂਧੀ ਹੋ ਗਏ, ਪੰਡਿਤ ਜਵਾਹਰ ਲਾਲ ਨਹਿਰੂ ਹੋ ਗਏ, ਬਾਲ ਗੰਗਾਧਰ ਤਿਲਕ ਹੋ ਗਏ, ਠੀਕ ਹੈ ਨਾ, ਸ਼੍ਰੀ ਪਟੇਲ ਹੋ ਗਏ, ਜਾਂ ਜਿਨ੍ਹਾਂ ਦੇ ਠੀਕ ਹੈ ਕਰਤਾਰ ਸਿੰਘ ਹੋ ਗਏ, ਆਪਣਾ ਸ਼ਹੀਦ ਊਧਮ ਸਿੰਘ ਹੋ ਗਏ। ਕਿੰਨਾ ਲੋਕਾਂ ਨੇ ਆਪਣੇ ਦੇਸ਼ ਦੀਆਂ ਜਾਨਾਂ ਵਾਰ ਦਿੱਤੀਆਂ। ਸੋਹਣ ਸਿੰਘ ਭਕਨਾ ਸੀ ਆਪਣਾ, ਠੀਕ ਹੈ ਨਾ, ਜਾਂ ਕਿੰਨੇ ਲੋਕ ਸੀ ਜਿਨ੍ਹਾਂ ਨੇ ਜੇਲਾਂ ਕੱਟੀਆਂ, ਕਿੰਨਾ ਤਸ਼ੱਦਦ ਸਿਹਾ। ਉਹਨਾਂ ਲੋਕਾਂ ਦੀਆਂ ਜਿਹੜੇ ਕਹਾਣੀਆਂ ਸੀਗੀਆਂ ਉਹ ਅੱਜ ਵੀ ਅਸੀਂ ਸੁਣਦੇ ਹਾਂ, ਉਹ ਸਾਡੇ ਆਦਰਸ਼ ਨੇ। ਇਸੇ ਤਰੀਕੇ ਨਾਲ ਅੱਜ ਵੀ ਅਸੀਂ ਇਹ ਲੋੜ ਮਹਿਸੂਸ ਕਰਦੇ ਹਾਂ ਕਿ ਜਿੰਨੇ ਸਾਡੇ ਦੇਸ਼ ਦੇ ਵਿੱਚ ਇਮਾਨਦਾਰ ਨੇਤਾ ਹੋਣਗੇ, ਲੋਕ ਉਹਨਾਂ ਨੂੰ ਫੋਲੋ ਕਰਦੇ ਹਨ, ਲੋਕ ਉਹਨਾਂ ਦੇ ਵਿਚਾਰਾਂ ਨੂੰ ਪੜ੍ਹਦੇ ਹਨ, ਲੋਕ ਉਹਨਾਂ ਦੇ ਮਗਰ ਲੱਗਦੇ ਹਨ। ਸੋ ਇਹ ਸਮੇਂ ਦੀ ਮੰਗ ਹੈ, ਇਹ ਸਾਡੇ ਸਮਾਜ ਦੀ ਮੰਗ ਹੈ, ਇਹ ਸਾਡੇ ਹਾਲਾਤਾਂ ਦੀ ਮੰਗ ਹੈ ਕਿ ਜਿਹੜੇ ਨੇਤਾ ਲੋਕ ਨੇ ਉਹ ਜਿੰਨੇ ਇਮਾਨਦਾਰ ਹੋਣਗੇ, ਆਪਣੀ ਇਮਾਨਦਾਰੀ ਨਾਲ ਕੰਮ ਕਰਨਗੇ, ਉਹਨਾਂ ਹੀ ਲੋਕਾਂ ਦੇ ਵਿੱਚੋਂ ਹਰਮਨ ਪਿਆਰੇ ਹੋਣਗੇ ਅਤੇ ਉਹਨਾਂ ਨੂੰ ਵੋਟਾਂ ਦੇ ਵਿੱਚ ਵੋਟਾਂ ਮੰਗਣ ਦੀ ਸ਼ਾਇਦ ਲੋੜ ਨਾ ਪਵੇ। ਲੋਕ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਹੀ ਵੋਟ ਪਾ ਦੇਣਗੇ। ਇਸ ਕਰਕੇ ਹਿੰਦੁਸਤਾਨ ਦੇ ਵਿੱਚ ਵਧੀਆ ਨਾਗਰਿਕ ਜਿਹੜੇ ਨੇ ਉਹ ਪੈਦਾ ਹੋ ਜਾਣਗੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਤਕਰੀਬਨ ਜਿੰਨੀਆਂ ਰਾਸ਼ਟਰੀ ਪਾਰਟੀਆਂ ਨੇ ਅਤੇ ਖੇਤਰੀ ਪਾਰਟੀਆਂ ਨੇ, ਸਭ ਤੋਂ ਵੱਧ ਮੈਨੂੰ ਲੱਗਦਾ ਦੁਨੀਆ ਦੀਆਂ ਸਭ ਤੋਂ ਵੱਧ ਆਪਣੇ ਖੇਤਰੀ ਪਾਰਟੀ ਤੇ ਰਾਸ਼ਟਰੀ ਪਾਰਟੀਆਂ ਹਿੰਦੁਸਤਾਨ ਦੇ ਵਿੱਚ ਹੀ ਹਨ ਅਤੇ ਹਿੰਦੁਸਤਾਨ ਦੇ ਵਿੱਚ ਹੀ ਇੰਨੇ ਜਿਹੜੇ ਨੇਤਾ ਨੇ ਉਹ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਹਨ। ਸੋ ਬੇਟੇ, ਇਹ ਸੀ ਸਾਡੇ ਅੱਜ ਦਾ ਟੌਪਿਕ ਵੀ ਇੱਕ ਚੰਗੇ ਨਾਗਰਿਕ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਅਸੀਂ ਇਹਨਾਂ ਰੁਕਾਵਟਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਸੋ ਇਸ ਦੇ ਨਾਲ ਹੀ ਇਹ ਮੇਰਾ ਚੈਪਟਰ ਖਤਮ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਨਾਲ ਸਮਝ ਆਇਆ ਹੋਵੇਗਾ। ਇਹ ਚੈਨਲ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ, ਇਹ ਮੇਰਾ ਨਹੀਂ ਹੈ, ਇਹ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਜਾਂ ਜਿਹੜੇ ਮੇਰੇ ਆਪਣੇ ਸਟੂਡੈਂਟਸ ਨੇ ਉਹਨਾਂ ਵਾਸਤੇ ਹੀ ਬਣਾਇਆ ਹੈ। ਇਹਦੇ ਵਿੱਚ ਕੋਈ ਵੀ ਜਿਹੜਾ ਅਧਿਆਪਕ ਸਾਹਿਬਾਨ ਨੇ ਕੋਈ ਵੀ ਜਿਹੜੇ ਇਸ ਨੂੰ ਯੂਜ਼ ਕਰ ਸਕਦੇ ਹਨ। ਠੀਕ ਹੈ, ਧੰਨਵਾਦ, ਬਹੁਤ ਬਹੁਤ ਧੰਨਵਾਦ, ਥੈਂਕ ਯੂ।